ਗੁਰੂ ਸਾਹਿਬ ਜੀ। ਵਾਹਿਗੁਰੂ। ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਤੁਧ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਲਖਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ, 184 ਮੇਦਨੀ ਸਭ ਸੇਵ ਕਰੰਦਾ। ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗੈ ਮੰਦਾ, ਲੇਖਾ ਕੋਇ ਨਾ ਪੁੱਛਈ ਜਾਂ ਹਰ ਬਖਸ਼ੰਦਾ। ਅਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ, ਸਭੇ ਕਾਜ ਸਵਾਰ ਜਾਂ ਤੁਧ ਪਾਵੰਦਾ। ਸੁਖਾਉ ਟਲ ਗੁਰ ਸੇਵੀਐ ਅਨਿਸ ਸਹਿ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ, ਹੋਵੈ ਸਿਫਤ ਖਸਮੰਦੀ ਨੂਰ ਅਰਸੋਂ ਕੁਰਸੋਂ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ, ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀ। ਸਭ ਮੈਂ ਰਹੇ ਬਿਰਾਜ ਸੁਮਨਾ, ਸ਼ਤਰੂ ਮਿੱਤਰ ਕੋ ਜਾਏ ਨਾ ਜਾਨਾ। ਸਭ ਥਲ ਤੁਮਰੋ ਰੂਪ ਨਿਹਾਰੋ, ਭੇਦ ਭਿੰਨ ਕੋ ਨਹੀਂ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕਰਕੇ ਆਪ ਸੰਗਤ ਨੇ ਸਤਿਗੁਰਾਂ ਦੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਇਸ ਵੇਲੇ ਮਹਾਰਾਜ ਕਿਰਪਾ ਕਰਕੇ ਇਤਿਹਾਸ ਦੀ ਕਥਾ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਿਰਾਜਮ ਰਹੇ ਨੇ, ਸੰਗਤਾਂ ਨੂੰ ਕਿਰਤਾਰਥ ਕਰ ਰਹੇ ਨੇ। ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਮਹਾਰਾਜ ਜੀਆਂ ਦੇ ਕੋਲ ਇੱਕ ਸਿੱਖ ਨਾਮ ਹੈ ਭਾਈ ਕਨ੍ਹਈਆ ਜੀ, ਮਹਾਰਾਜ ਜੀ ਦੇ ਕੋਲ ਰਹਿ ਕੇ ਸੇਵਾ ਕਰਦਾ ਹੈ। ਇੱਕ ਦਿਨ ਸਿੱਖਾਂ ਨੇ ਮਹਾਰਾਜ ਜੀ ਨੂੰ ਆਖਿਆ, ਕਹਿਣ ਲੱਗੇ, ਪਾਤਸ਼ਾਹ ਇਹ ਦੁਸ਼ਮਣ ਨੂੰ ਵੀ ਪਾਣੀ ਪਿਆ ਕੇ ਆਉਂਦੇ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਭਾਈ ਕਨ੍ਹਈਆ ਜੀ ਨੂੰ ਕੋਲ ਬੁਲਾ ਕੇ ਕਾਰਨ ਪੁੱਛਿਆ। ਭਾਈ ਕਨ੍ਹਈਆ ਜੀ ਕਹਿਣ ਲੱਗੇ, ਮਹਾਰਾਜ ਸਿੱਖਾਂ ਦਾ ਬਚਨ ਠੀਕ ਹੈ, ਮੈਂ ਸਾਰਿਆਂ ਨੂੰ ਪਾਣੀ ਪਿਆਉਂਦਾ ਹਾਂ। ਉਹਦਾ ਕਾਰਨ ਕੀ ਹੈ? ਕੁਝ ਬਚਨ ਆਪਾਂ ਕੱਲ੍ਹ ਸਰਵਣ ਕੀਤੇ ਸਨ, ਕੁਝ ਇਤਿਹਾਸ ਦੇ ਬਚਨ ਅੱਜ ਸਰਵਣ ਕਰਾਂਗੇ। ਮਿਲ ਕੇ ਆਖੀਏ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਭ ਮੈਂ ਰਹੇ ਬਿਰਾਜ ਸਮਾਨਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਭਾਈ ਕਨ੍ਹਈਆ ਜੀ ਇਹ ਬਚਨ ਕਰਦੇ ਪਏ। ਕਹਿੰਦੇ, ਪਾਤਸ਼ਾਹ ਜੀ ਆਪ ਜੀ ਸਾਰਿਆਂ ਦੇ ਵਿੱਚ ਹੀ ਬਿਰਾਜਮਾਨ ਹੋ ਰਹੇ ਹੋ, ਔਰ ਸਾਰਿਆਂ ਦੇ ਵਿੱਚ ਸਮਾਨ ਕਹੀਏ ਬਰਾਬਰ, ਸਾਰਿਆਂ ਦੇ ਵਿੱਚ ਬਰਾਬਰ ਆਪ ਜੀ ਬਿਰਾਜੇ ਹੋਏ ਹੋ। ਕੋਈ ਇਹੋ ਜਿਹਾ ਜੀਵ ਜੰਤੂ ਨਹੀਂ ਹੈ ਵੀ ਕਿਸੇ ਵਿੱਚ ਤੁਹਾਡੀ ਜੋਤ ਜ਼ਿਆਦਾ ਹੋਵੇ, ਕਿਸੇ ਵਿੱਚ ਘੱਟ ਹੋਵੇ, ਕਿਸੇ ਵਿੱਚ ਜ਼ਿਆਦਾ ਤੁਸੀਂ ਬਿਰਾਜਮਾਨ ਸੁਭਾਏਮਾਨ ਹੋਵੋ, ਕਿਸੇ ਵਿੱਚ ਬਿਲਕੁਲ ਥੋੜ੍ਹੇ ਹੋਵੋ। ਮਹਾਰਾਜ ਨਹੀਂ, ਇਸ ਤਰ੍ਹਾਂ ਨਹੀਂ ਹੈ। ਸਾਰਿਆਂ ਦੇ ਵਿੱਚ ਸਮਾਨ ਕਹੀਏ, ਨਿਰੰਤਰ ਇੱਕ ਰਸ ਬਰਾਬਰ ਹੀ ਆਪ ਜੀ ਦੀ ਜੋਤ ਸਾਰਿਆਂ ਵਿੱਚ ਸੁਭਾਏਮਾਨ ਹੈ।
ਆਪ ਸਾਰਿਆਂ ਵਿੱਚ ਬੈਠੇ ਹੋਏ ਹੋ। ਸ਼ਤਰੂ ਮਿੱਤਰ ਕੋ ਜਾਏ ਨਾ ਜਾਣਾ। ਮਹਾਰਾਜ ਕੌਣ ਹੈ ਫਿਰ ਦੁਸ਼ਮਣ ਤੇ ਕੌਣ ਹੈ ਮਿੱਤਰ ਜਾਣਿਆ ਨਹੀਂ ਜਾਂਦਾ, ਕਿਉਂਕਿ ਦੁਸ਼ਮਣ ਜਿਸ ਨੂੰ ਲੋਕ ਕਹਿੰਦੇ ਨੇ ਉਹਦੇ ਵਿੱਚ ਵੀ ਆਪ ਜੀ ਬਰਾਜੇ ਹੋਏ, ਜਿਨ੍ਹਾਂ ਨੂੰ ਮਿੱਤਰ ਕਿਹਾ ਜਾਂਦਾ ਉਹਨਾਂ ਵਿੱਚ ਵੀ ਆਪ ਜੀ ਬਰਾਜੇ ਹੋਏ। ਭਾਵੇਂ ਕੋਈ ਦੁਸ਼ਮਣ ਹੈ ਭਾਵੇਂ ਕੋਈ ਮਿੱਤਰ ਹੈ ਦੁਨਿਆਵੀ ਤੌਰ 'ਤੇ ਲੋਕਾਂ ਦੀ ਮੱਤ ਵਿੱਚ, ਪਰ ਮੇਰੇ ਵਾਸਤੇ ਕੋਈ ਦੁਸ਼ਮਣ ਜਾਂ ਮਿੱਤਰ ਨਹੀਂ। ਉਹਦਾ ਕਾਰਨ ਇਹ ਹੈ ਕਿ ਮੈਂ ਮਿੱਤਰਾਂ ਦੇ ਵਿੱਚ ਵੀ ਤੁਹਾਨੂੰ ਹੀ ਦੇਖਦਾ ਹਾਂ, ਅਤੇ ਜਿਨ੍ਹਾਂ ਨੂੰ ਦੁਸ਼ਮਣ ਕਿਹਾ ਜਾਂਦਾ ਉਹਨਾਂ ਦੇ ਵਿੱਚ ਵੀ ਤੁਹਾਨੂੰ ਹੀ ਦੇਖਦਾ ਹਾਂ। ਤੁਹਾਡੇ ਬਿਨਾਂ ਮੈਨੂੰ ਕੋਈ ਦੂਜਾ ਦਿਸਦਾ ਨਹੀਂ। ਭਾਈ ਕਨ੍ਹੱਈਆ ਜੀ ਐਸੇ ਸਾਧੂ ਨੇ, ਐਸੀ ਬਿਰਤੀ ਬਣੀ ਹੈ ਕਿ ਮਹਾਰਾਜ ਸਾਹਿਬ ਜੀ ਤੁਹਾਡੇ ਬਿਨਾਂ ਕੋਈ ਦੂਜਾ ਹੈ ਹੀ ਨਹੀਂ ਮੇਰੇ ਵਾਸਤੇ। ਸੋ ਮੈਂ ਤੇ ਤੁਹਾਨੂੰ ਸਾਰਿਆਂ ਵਿੱਚ ਦੇਖਦਾ ਹਾਂ। ਸਭ ਜੋ ਤੇਰੀ ਜਗ ਜੀਵਨਾ, ਤੂੰ ਘਟ ਘਟ ਹਰ ਰੰਗ ਰੰਗਨਾ, ਸਭ ਧਿਆਵਹਿ ਤੁਝੈ ਮੇਰੇ ਪ੍ਰੀਤਮਾ। ਇਹ ਗੁਰਬਾਣੀ ਦੇ ਬਚਨ ਆਪਾਂ ਸਰਵਣ ਕਰਦੇ। ਸੋ ਬਚਨ ਇਹ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਸਾਰਿਆਂ ਥਾਵਾਂ ਦੇ ਉੱਪਰ ਸਾਰਿਆਂ ਦੇ ਵਿੱਚ ਸੁਭਾਏਮਾਨ ਹੋ। ਮੈਂ ਆਪ ਜੀ ਨੂੰ ਦੁਸ਼ਮਣਾਂ ਵਿੱਚ ਮਿੱਤਰਾਂ ਵਿੱਚ ਸਾਰਿਆਂ ਦੇ ਵਿੱਚ ਆਪ ਜੀ ਨੂੰ ਦੇਖਦਾ ਹਾਂ। ਸਭ ਥਲ ਤੁਮਰੋ ਰੂਪ ਨਿਹਾਰੋ। ਮਹਾਰਾਜ ਜੀ ਤੁਹਾਡੇ ਬਿਨਾਂ ਕੋਈ ਜਗ੍ਹਾ ਇਹੋ ਜਿਹੀ ਹੈ ਹੀ ਨਹੀਂ, ਕੋਈ ਦੂਜਾ ਜਗ੍ਹਾ ਦੂਜੀ ਥਾਂ ਕੋਈ ਇਸ ਤਰ੍ਹਾਂ ਦੀ ਵਸਤੂ ਹੈ ਹੀ ਨਹੀਂ ਜਿੱਥੇ ਤੁਸੀਂ ਨਹੀਂ ਹੋ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਉਹਨਾਂ ਨੇ ਬਚਨ ਕੀਤਾ ਗੁਰਬਾਣੀ ਦੇ ਅੰਦਰ, ਕਹਿਣ ਲੱਗੇ ਅਲਹੋ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ। ਕਬੀਰ ਸਾਹਿਬ ਜੀ ਨੂੰ ਕਿਸੇ ਨੇ ਆਖਿਆ ਇੱਥੇ ਪਾਪ ਨਾ ਕਰਿਓ, ਮਾੜਾ ਨਾ ਕਰਿਓ। ਕਹਿਣ ਲੱਗੇ ਕਿਉਂ? ਕਹਿੰਦੇ ਜੀ ਇਹ ਮਸੀਤ ਹੈ ਅਤੇ ਮਸੀਤ ਵਿੱਚ ਖੁਦਾ ਵਸਦਾ ਹੈ, ਇੱਥੇ ਪਾਪ ਨਹੀਂ ਕਰਨਾ ਹੈ। ਆਪਾਂ ਵੀ ਕਹਿ ਦਿੰਦੇ ਨਾ ਗੁਰੂ ਘਰ ਹੈ, ਇੱਥੇ ਮਾੜਾ ਕੰਮ ਨਹੀਂ, ਪਰ ਬਾਹਰ ਜਾ ਕੇ ਕਰੋ। ਪਰ ਕਿੱਥੇ ਲਿਖਿਆ ਵੀ ਬਾਹਰ ਜਾ ਕੇ ਕਰੋ? ਲਿਖਿਆ ਤੇ ਬਾਹਰ ਜਾ ਕੇ ਵੀ ਕਰਨਾ ਨਹੀਂ ਹੈ। ਕੋਈ ਆਖਦਾ ਹੈ ਮੰਦਰ ਹੈ, ਕੋਈ ਆਖਦਾ ਹੈ ਮਸੀਤ ਹੈ, ਕੋਈ ਆਖਦਾ ਚਰਚ ਹੈ। ਇੱਥੇ ਪਾਪ ਨਹੀਂ ਕਰਨਾ, ਕਿਉਂਕਿ ਇਹ ਰੱਬ ਦਾ ਘਰ ਹੈ, ਰੱਬ ਇੱਥੇ ਰਹਿੰਦਾ ਹੈ। ਅਤੇ ਬਾਹਰ ਜਾ ਕੇ ਜੇ ਕਰਨਾ ਤਾਂ ਕਰ ਲਵੋ, ਪਰ ਧਰਮ ਇਹ ਨਹੀਂ ਕਹਿੰਦਾ ਹੈ ਵੀ ਤੁਸੀਂ ਧਾਰਮਿਕ ਸਥਾਨ 'ਤੇ ਪਾਪ ਨਹੀਂ ਕਰਨਾ ਅਤੇ ਬਾਹਰ ਜਾ ਕੇ ਪਾਪ ਕਰੋ। ਨਹੀਂ, ਕਬੀਰ ਸਾਹਿਬ ਜੀ ਕਹਿਣ ਲੱਗੇ ਬਚਨ ਇਹ ਹੈ ਅਲਹੋ ਏਕ ਮਸੀਤ ਬਸਤ ਹੈ। ਜੇ ਆਪਾਂ ਇਹ ਗੱਲ ਕਹਿ ਦਈਏ ਵੀ ਅੱਲਾ ਮਸੀਤ ਵਿੱਚ ਰਹਿੰਦਾ ਹੈ ਅਤੇ ਅਵਰ ਮੁਲਕ ਕਿਸ ਕੇਰਾ, ਮਸੀਤ ਤੋਂ ਬਾਹਰ ਜਿਹੜਾ ਬਾਕੀ ਇਲਾਕਾ ਦੇਸ਼ ਨੇ ਉਹ ਫਿਰ ਕਿਸ ਦਾ ਹੈ? ਅਤੇ ਫਿਰ ਉੱਥੇ ਕਹਿਣਾ ਪਵੇਗਾ ਵੀ ਨਹੀਂ ਉਹ ਵੀ ਸਾਰੇ ਉਸ ਅੱਲਾ ਦੇ ਨੇ, ਖੁਦਾ ਪਰਮਾਤਮਾ ਦੇ ਨੇ। ਜੇ ਸਾਰੇ ਹੀ ਪਰਮਾਤਮਾ ਦੇ ਨੇ ਦਾ ਮਤਲਬ ਪਰਮਾਤਮਾ ਉੱਥੇ ਵੀ ਸਾਰਿਆਂ ਦੇ ਵਿੱਚ ਵਸਿਆ ਹੈ ਹਜੂਰ ਕਤ ਦੂਰ ਬਤਾਵੋ, ਦੁੰਦਰ ਬਾਂਧੋ ਸੁੰਦਰ ਪਾਓ। ਬਾਣੀ ਦਾ ਬਚਨ ਹੈ, ਉਹ ਪਰਮਾਤਮਾ ਹੈ ਹਾਜ਼ਰ ਹਜੂਰ ਸਾਰੇ ਥਾਵਾਂ 'ਤੇ। ਉਹਨੂੰ ਕਿਉਂ ਕਹਿਣਾ ਹੈ ਵੀ ਉਹ ਦੂਰ ਹੈ? ਦਵੈਤ ਭਾਵ ਨੂੰ ਬੰਨ੍ਹ ਲਵੋ ਅਤੇ ਸੁੰਦਰ ਸਰੂਪ ਪਰਮਾਤਮਾ ਨੂੰ ਪ੍ਰਾਪਤ ਕਰ ਲਵੋ। ਇਹ ਗੁਰਬਾਣੀ ਬਖਸ਼ਿਸ਼ ਕਰਦੀ ਹੈ। ਸੋ ਉਸ ਵੇਲੇ ਭਾਈ ਕਨ੍ਹੱਈਆ ਜੀ ਕਹਿ ਰਹੇ ਮਹਾਰਾਜ ਮੈਂ ਤੇ ਸਾਰਿਆਂ ਥਾਵਾਂ 'ਤੇ ਹਰੇਕ ਜਗ੍ਹਾ ਦੇ ਉੱਪਰ ਤੁਹਾਡਾ ਰੂਪ ਦੇਖਦਾ, ਮੈਨੂੰ ਤੁਹਾਡੇ ਬਿਨਾਂ ਕੋਈ ਦੂਜਾ ਨਜ਼ਰ ਨਹੀਂ ਆਉਂਦਾ ਹੈ। ਭੇਦ ਭਿੰਨ ਕੋ ਨਹੀਂ ਵਿਚਾਰੋ। ਮਹਾਰਾਜ ਜੀ ਤੁਹਾਡਾ ਕੋਈ ਭੇਦ ਕੋਈ ਭਿੰਨ ਵਖਰੇਵਾ ਨਹੀਂ ਹੈ। ਪਾਤਸ਼ਾਹ ਜੀ ਸਾਰਿਆਂ ਦੇ ਵਿੱਚ ਤੁਸੀਂ ਆਪ ਹੀ ਸੁਭਾਏਮਾਨ ਹੋ ਰਹੇ ਹੋ, ਤੁਹਾਡੇ ਬਿਨਾਂ ਕੋਈ ਦੂਜਾ ਹੈ ਨਹੀਂ, ਨਾ ਕੋਈ ਭੇਦ ਹੈ ਨਾ ਕੋਈ ਭਿੰਨਤਾ ਹੈ। ਤੁਸੀਂ ਸਾਰਿਆਂ ਦੇ ਵਿੱਚ ਬੈਠੇ ਹੋਏ ਸਮਾਏ ਹੋਏ ਹੋ। ਮਹਾਰਾਜ ਨੂੰ ਕਹਿ ਰਿਹਾ ਭੇਦ ਭਿੰਨ। ਮਹਾਰਾਜ ਤੁਸੀਂ ਕਿਸੇ ਭੇਦ ਜਾਂ ਭਿੰਨਤਾ ਵਿੱਚ ਨਹੀਂ ਦ੍ਰਿਸ਼ਟਾਵੈ। ਮੈਨੂੰ ਤਾਂ ਇਸ ਤਰ੍ਹਾਂ ਦਿਸਦਾ ਹੈ ਵੀ ਸਾਰਿਆਂ ਵਿੱਚ ਤੁਸੀਂ ਹੀ ਹੋ, ਤੁਹਾਡੇ ਬਿਨਾਂ ਕੋਈ ਦੂਜਾ ਦਿਸਦਾ ਹੀ ਨਹੀਂ। ਦੂਜਾ ਕਾਹੇ ਸਿਮਰਿਐ ਜੋ ਜੰਮੈ ਤੈ ਮਰ ਜਾਏ। ਆਪੇ ਪੱਟੀ ਕਲਮ ਆਪ ਉਪਰ ਲੇਖ ਭੇ ਤੂੰ, ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ। ਦੂਜਾ ਕੋਈ ਹੋਵੇ ਤੇ ਕਹੀਏ ਨਾ, ਨਹੀਂ ਸਾਰਿਆਂ ਦੇ ਵਿੱਚ ਤੁਸੀਂ ਆਪ ਹੀ ਸਮਾਏ ਹੋਏ। ਮਹਾਰਾਜ ਜੀ ਮੈਨੂੰ ਤੇ ਇਸ ਤਰ੍ਹਾਂ ਦਿਸਦਾ ਹੈ ਕਿ ਤੁਸੀਂ ਸਾਰਿਆਂ ਥਾਵਾਂ 'ਤੇ ਹੋ। ਤੁਮ ਬਿਨ ਦੂਸਰ ਨਜ਼ਰ ਨਾ ਆਵੇ। ਸਤਿਗੁਰੂ ਤੁਹਾਡੇ ਬਿਨਾਂ ਕੋਈ ਦੂਜਾ ਨਜ਼ਰ ਨਹੀਂ ਆਉਂਦਾ ਹੈ, ਕੋਈ ਦੂਜਾ ਹੈ ਹੀ ਨਹੀਂ ਮੇਰੀ ਨਿਗਾਹ ਦੇ ਵਿੱਚ। ਮੈਂ ਸਾਰਿਆਂ ਵਿੱਚ ਤੁਹਾਨੂੰ ਹੀ ਵੇਖਦਾ ਹਾਂ। ਸਤਿਗੁਰੂ ਮੈਨੂੰ ਤੇ ਹਰੇਕ ਵਿੱਚ ਤੁਸੀਂ ਦਿਸਦੇ ਪਏ,
ਜਿਵੇਂ ਭਗਤ ਜੀ ਕਹਿਣ ਲੱਗੇ ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ, ਭਗਤਾਂ ਦੇ ਗੁਰਮੁਖਾਂ ਦੇ ਬਚਨ ਇਸ ਤਰ੍ਹਾਂ ਸਾਰਿਆਂ ਥਾਵਾਂ ਤੇ ਆਖੇ ਹੋਏ ਹਨ। ਇਮ ਰਾਵਰ ਕੋ ਹੈ ਉਪਦੇਸ਼ੂ। ਸਤਿਗੁਰੂ ਤੁਹਾਡਾ ਉਪਦੇਸ਼ ਵੀ ਇਸ ਤਰ੍ਹਾਂ ਹੀ ਹੈ। ਤੁਸੀਂ ਗੁਰਬਾਣੀ ਵਿੱਚ ਵੀ ਇਹ ਗੱਲ ਕਹਿੰਦੇ ਹੋ ਕਿ ਖਾਲਕ ਖਲਕ ਕੀ ਜਾਣ ਕੈ ਖਲਕ ਦੁਖਾਵੈ ਨਾਹੇ, ਖਲਕ ਦੁਖੈ ਆਨੰਦ ਲਾਲ ਜੀ, ਖਾਲਕ ਕੋਪੈ ਤਾਹੇ। ਆਨੰਦ ਲਾਲ ਜੀਆਂ ਦੇ ਬਚਨ ਕਹਿਣ ਲੱਗੇ ਇਹ ਦੁਨੀਆ ਰੱਬ ਨੇ ਬਣਾਈ ਹੈ, ਰੱਬ ਦੀ ਬਣਾਈ ਹੋਈ ਦੁਨੀਆ ਜਾਣ ਕੇ, ਸੰਸਾਰ ਜਾਣ ਕੇ ਸੰਸਾਰ ਨੂੰ ਕਦੇ ਦੁਖੀ ਨਾ ਕਰੇ। ਜਿਹੜਾ ਕੋਈ ਸੰਸਾਰ ਦੁਨੀਆ ਨੂੰ ਦੁਖੀ ਕਰੇਗਾ, ਆਨੰਦ ਲਾਲ ਜੀ ਕਹਿਣ ਲੱਗੇ ਖਾਲਕ ਖਲਕ ਕੀ ਜਾਣ ਕੈ, ਦੁਨੀਆ ਪਰਮਾਤਮਾ ਦੀ ਜਾਣ ਕੇ ਖਲਕ ਦੁਖਾਵੈ ਨਾਹੇ, ਦੁਨੀਆ ਨੂੰ ਕਦੇ ਤੰਗ ਨਾ ਕਰੇ। ਖਲਕ ਦੁਖ ਹੈ ਆਨੰਦ ਲਾਲ ਜੀ ਕਹਿੰਦੇ ਦੁਨੀਆ ਜਦੋਂ ਦੁਖੀ ਹੁੰਦੀ ਹੈ ਨਾ ਕਿ ਖਾਲਕ ਕੋਪੈ ਤਾਹੇ, ਰੱਬ ਫਿਰ ਉਹਦੇ ਤੇ ਨਾਰਾਜ਼ ਹੋ ਜਾਂਦਾ ਵੀ ਇਹ ਮੇਰੀ ਬਣਾਈ ਦੁਨੀਆ ਨੂੰ ਦੁਖੀ ਕਰਦਾ ਹੈ, ਇਹਨੂੰ ਮੈਂ ਦੰਡ ਦੇਵਾਂ, ਇਹਨੂੰ ਸਜ਼ਾ ਦੇਵਾਂ। ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਠਾਈ। ਭਗਤ ਕਬੀਰ ਸਾਹਿਬ ਜੀਆਂ ਦਾ ਭਜਨ ਕਹਿਣ ਲੱਗੇ ਰੱਬ ਦੁਨੀਆ ਵਿੱਚ ਵਸਿਆ, ਦੁਨੀਆ ਰੱਬ ਦੇ ਵਿੱਚ ਵਸੀ ਹੋਈ ਹੈ, ਉਹਦੇ ਬਿਨਾਂ ਕੋਈ ਦੂਜੀ ਜਗ੍ਹਾ ਨਹੀਂ ਹੈ। ਕਹਿਣ ਲੱਗਾ ਮਹਾਰਾਜ ਜੀ ਤੁਹਾਡਾ ਉਪਦੇਸ਼ ਇਹੋ ਹੀ ਹੈ ਵੀ ਸਾਰਿਆਂ ਵਿੱਚ ਜੋ ਪਰਮਾਤਮਾ ਨੂੰ ਵੇਖਣਾ ਹੈ। ਸੋ ਉਰ ਧਾਰਿਓ ਬਿਨਾ ਕਲੇਸ਼ੂ। ਮਹਾਰਾਜ ਤੁਸੀਂ ਦਿੱਤਾ ਹੋਇਆ ਉਪਦੇਸ਼ ਤੇ ਮੈਂ ਉਹ ਉਪਦੇਸ਼ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਧਾਰਨ ਕੀਤਾ ਹੋਇਆ ਹੈ ਕਿ ਇਹ ਮੇਰੇ ਗੁਰੂ ਪਾਤਸ਼ਾਹ ਦੇ ਬਚਨ ਨੇ, ਇਹਨਾਂ ਬਚਨਾਂ ਨੂੰ ਜ਼ਰੂਰ ਬਰ ਜ਼ਰੂਰ ਮੰਨਣਾ ਹੈ। ਪਾਤਸ਼ਾਹ ਜੀ ਜਿਹੜਾ ਆਪ ਜੀ ਉਪਦੇਸ਼ ਦਿੰਦੇ ਹੋ, ਬਚਨ ਕਰਦੇ ਹੋ, ਉਹਨਾਂ ਬਚਨਾਂ ਨੂੰ ਮੈਂ ਬਿਲਕੁਲ ਧਾਰਨ ਕੀਤਾ ਹੋਇਆ ਹੈ। ਤੁਹਾਡੇ ਬਚਨਾਂ ਦੇ ਉੱਪਰ ਮੈਂ ਪੂਰਾ ਪਹਿਰਾ ਦਿੰਦਾ ਹਾਂ। ਮੇਰੀ ਸਮਝ ਵਿੱਚ ਇਹ ਬਚਨ ਆਇਆ ਹੈ। ਇਤ ਸਿੰਘਨ ਮਹਿ ਆਪ ਬਿਰਾਜਾ। ਮਹਾਰਾਜ ਸਾਹਿਬ ਜੀ ਇਹਨਾਂ ਸਿੰਘਾਂ ਦੇ ਵਿੱਚ ਵੀ ਤੁਸੀਂ ਆਪ ਸੁਭਾਏਮਾਨ ਹੋ ਰਹੇ ਹੋ, ਇਹਨਾਂ ਸਿੰਘਾਂ ਦੇ ਵਿੱਚ ਵੀ ਮੈਨੂੰ ਤੁਸੀਂ ਦਿਸਦੇ ਪਏ, ਇਹ ਵੀ ਮੈਨੂੰ ਦੁਸ਼ਮਣ ਨਹੀਂ ਲੱਗਦੇ ਹਨ। ਉਤ ਤੁਰਕਨ ਮੈਂ ਤੁਮ ਹੀ ਸਾਜਾ। ਮਹਾਰਾਜ ਦੂਜੇ ਪਾਸੇ ਜਿਹੜੇ ਮੁਗਲ ਨੇ ਜਿਨ੍ਹਾਂ ਨੂੰ ਇਹ ਸਿੰਘ ਤੁਹਾਡੇ ਕਹਿੰਦੇ ਵੀ ਇਹ ਵੈਰੀ ਹਨ, ਉਹਨਾਂ ਵੈਰੀਆਂ ਦੇ ਵਿੱਚ ਮੁਗਲਾਂ ਦੇ ਵਿੱਚ ਮਹਾਰਾਜ ਜੀ ਉਹਨਾਂ ਵਿੱਚ ਵੀ ਮੈਨੂੰ ਤੁਸੀਂ ਦਿਸਦੇ ਪਏ। ਮੇਰੀ ਨਜ਼ਰ ਦੇ ਵਿੱਚ ਕੋਈ ਫਰਕ ਨਹੀਂ ਹੈ, ਮੈਨੂੰ ਉਹਨਾਂ ਵਿੱਚ ਵੀ ਆਪ ਦਿਸਦੇ ਹੋ। ਨਹੀਂ ਪਹਾੜੀ ਮੈਂ ਕੋ ਦੂਜਾ। ਤੇ ਸਤਿਗੁਰੂ ਜਿਨ੍ਹਾਂ ਨੂੰ ਪਹਾੜੀਏ ਕਿਹਾ ਜਾਂਦਾ ਹੈ ਵੀ ਇਹ ਪਹਾੜੀਏ ਰਾਜੇ ਨੇ, ਦੁਸ਼ਮਣ ਨੇ, ਮਹਾਰਾਜ ਮੈਨੂੰ ਤੇ ਪਹਾੜੀਆਂ ਦੇ ਵਿੱਚ ਵੀ ਕੋਈ ਦੂਜਾ ਨਹੀਂ ਦਿਸਦਾ ਹੈ। ਇਹ ਜਿੰਨੇ ਪਹਾੜੀ ਰਾਜੇ ਨੇ, ਰਾਜਿਆਂ ਦੀ ਫੌਜ ਹੈ, ਮੈਨੂੰ ਇਹਨਾਂ ਸਾਰਿਆਂ ਵਿੱਚ ਤੁਹਾਡਾ ਹੀ ਰੂਪ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ। ਜਹ ਕਹਿ ਕਰ ਹੈ ਆਪ ਕੀ ਪੂਜਾ। ਸਤਿਗੁਰੂ ਜੀ ਜਿੱਥੇ ਕਿੱਥੇ ਤੁਹਾਡੀ ਪੂਜਾ ਹੋ ਰਹੀ ਹੈ, ਕੋਈ ਕਿਸੇ ਰੂਪ ਦੇ ਵਿੱਚ ਕਰਦਾ ਪਿਆ, ਕੋਈ ਕਿਸੇ ਰੂਪ ਦੇ ਵਿੱਚ ਕਰਦਾ ਪਿਆ ਹੈ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਰਾਮ ਰਾਮ ਕਹਿ ਕੇ ਤੈਨੂੰ ਚੇਤੇ ਕਰਦਾ, ਕੋਈ ਖੁਦਾ ਕਹਿੰਦਾ, ਕੋਈ ਅੱਲਾ ਕਹਿੰਦਾ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਤੈਨੂੰ ਗੁਸਾਈ ਕਹਿੰਦਾ। ਗੁਸਾਈ ਨਾਮ ਵੀ ਗੁਰਮੁਖੋ ਮਾਲਕ ਦਾ ਹੀ ਹੈ, ਕੋ ਤੈਨੂੰ ਮਾਲਕ ਕਰਕੇ ਯਾਦ ਕਰਦਾ ਹੈ। ਕੋਈ ਅੱਲਾ ਹੈ, ਕੋਈ ਤੈਨੂੰ ਕਹਿੰਦਾ ਵੀ ਉਹ ਅੱਲਾ ਹੈ। ਮਹਾਰਾਜ ਨਾਂ ਸਾਰੇ ਤੁਹਾਡੇ ਹੀ ਨੇ, ਭਾਵੇਂ ਕੋਈ ਰਾਮ ਕਹਿ ਲਵੇ, ਕੋਈ ਅੱਲਾ ਕਹਿ ਲਵੇ, ਕੋਈ ਗੁਸਾਈ ਕਹਿ ਲਵੇ, ਕੋਈ ਖੁਦਾ ਕਹਿ ਲਵੇ, ਸਾਰਿਆਂ ਵਿੱਚ ਆਪ ਜੀ ਬਿਰਾਜੇ ਹੋਏ। ਸੋ ਇਹ ਗੁਰਬਾਣੀ ਦੇ ਬਚਨ ਮਹਾਰਾਜ ਸਾਹਿਬ ਜੀਆਂ ਨੇ ਲਿਖੇ ਹੋਏ। ਕਹਿਣ ਲੱਗੇ ਕਿਰਪਾ ਕਾਰਨ ਕਰਮ ਕਰੀਮ, ਕਿਰਪਾ ਧਾਰ ਰਹੀਮ। ਆਪ ਜੀ ਸਾਰੇ ਕਾਰਨਾਂ ਨੂੰ ਕਰਨ ਵਾਲੇ ਹੋ। ਕੋਈ ਨਹਾਵੇ ਤੀਰਥ, ਕੋਈ ਆਖਦਾ ਮੈਂ ਹਰਿਦੁਆਰ ਇਸ਼ਨਾਨ ਕਰ ਆਵਾਂ, ਮੈਂ ਪ੍ਰਯਾਗਰਾਜ ਜਾ ਕੇ ਇਸ਼ਨਾਨ ਕਰ ਆਵਾਂ, ਮੈਂ ਹੋਰਾਂ ਨਦੀਆਂ 'ਤੇ ਜਾ ਕੇ ਇਸ਼ਨਾਨ ਕਰ ਆਵਾਂ। ਜਾਂਦੇ ਲੋਕ ਤੀਰਥਾਂ 'ਤੇ ਨਹਾਉਣ ਵਾਸਤੇ। ਕੋਈ ਨਹਾਵੇ ਤੀਰਥ ਤੇ ਕੋਈ ਹੱਜ ਜਾਏ। ਮੁਸਲਮਾਨ ਲੋਕ ਹੱਜ ਰੱਖਦੇ ਨਾ, ਹਾਜੀ ਜਾਂਦੇ, ਮੱਕੇ ਦੀ ਜਾ ਕੇ ਯਾਤਰਾ ਕਰਦੇ। ਉੱਥੇ ਜਿਹੜਾ ਪਾਣੀ ਦਾ ਸਰੋਤ ਹੈ, ਜਿਸ ਨੂੰ ਆਬੇ ਹਯਾਤ ਕਿਹਾ ਜਾਂਦਾ ਹੈ, ਉਹਨੂੰ ਛਕ ਕੇ ਫਿਰ ਆਪਣਾ ਵਰਤ ਖੋਲ੍ਹ ਲੈਂਦੇ। ਕਹਿਣ ਲੱਗੇ ਕੋਈ ਨਹਾਵੇ ਤੀਰਥ, ਕੋਈ ਹੱਜ ਜਾਏ, ਕੋਈ ਕਰੇ ਪੂਜਾ, ਕੋਈ ਤੇਰੀ ਪੂਜਾ ਕਰਦਾ ਪਿਆ ਹੈ, ਕੋਈ ਸਿਰ ਨਿਵਾਏ, ਕੋਈ ਤੈਨੂੰ ਸੀਸ ਝੁਕਾਉਂਦਾ ਪਿਆ, ਕੋਈ ਤੈਨੂੰ ਸਿਰ ਨਿਵਾਉਂਦਾ ਪਿਆ। ਨਮਾਜ਼ ਪੜ੍ਹਨ ਵੇਲੇ ਮੁਸਲਮਾਨ ਸਿਰ ਝੁਕਾਉਂਦਾ। ਇਸ ਤਰ੍ਹਾਂ ਮਹਾਰਾਜ ਕੋਈ ਨਾ ਕੋਈ ਤੁਹਾਨੂੰ ਯਾਦ ਕਰਦਾ ਹੈ। ਕੋਈ ਬੜੇ ਪੜ੍ਹੇ ਵੇਦ, ਕੋਈ ਕਤੇਬ, ਕੋਈ 4 ਵੇਦਾਂ ਨੂੰ ਪੜ੍ਹਦਾ ਪਿਆ,
ਕਿਤੇ ਮੁਸਲਮਾਨਾਂ ਦਾ ਧਾਰਮਿਕ ਗ੍ਰੰਥ ਹੈ, ਕੋਈ ਉਹਨੂੰ ਪੜ੍ਹਦਾ ਪਿਆ ਹੈ, ਕੋਈ ਪੜ੍ਹੈ ਵੇਦ, ਕੋਈ ਕਿਤਾਬ, ਕੋਈ ਓਡਾ ਨੀਲ, ਕੋਈ ਨੀਲੇ ਰੰਗ ਦੇ ਵਸਤਰ ਹਾਜੀ ਪਾ ਲੈਂਦੇ, ਕੋਈ ਸਫੇਦ, ਕੋਈ ਚਿੱਟੇ ਰੰਗ ਦੇ ਪਾ ਕੇ ਸੂਤ ਦੀ ਧੋਤੀ ਬੰਨ੍ਹ ਕੇ ਕਹਿੰਦਾ ਮੈਂ ਵੇਦ ਪੜ੍ਹਨ ਲੱਗਾ। ਮਹਾਰਾਜ ਕੋਈ ਕਹੈ ਤੁਰਕ, ਕੋਈ ਕਹੈ ਹਿੰਦੂ, ਕੋਈ ਬਾਦਸ਼ਾਹ ਭਿਸਤ, ਕੋਈ ਸੁਰਗਿੰਦੂ। ਮੁਸਲਮਾਨ ਕਹਿੰਦੇ ਭਿਸਤ ਵਿੱਚ ਜਾਣਾ ਹੈ ਅਤੇ ਹਿੰਦੂ ਕਹਿੰਦੇ ਵੀ ਸਵਰਗਾਂ ਵਿੱਚ ਜਾਣਾ ਹੈ। ਸੋ ਮਹਾਰਾਜ ਇਹ ਸਾਰੇ ਕਿਸੇ ਨਾ ਕਿਸੇ ਰੂਪ ਵਿੱਚ ਆਪ ਜੀ ਨੂੰ ਯਾਦ ਕਰਦੇ ਪਏ। ਕਹੋ ਨਾਨਕ ਜਿਨ ਹੁਕਮ ਪਛਾਤਾ, ਗੱਲ ਇਹ ਹੈ ਜਿਹਨੇ ਹੁਕਮ ਜਾਣ ਲਿਆ ਹੈ। ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ, ਹੈ ਸਾਰਿਆਂ ਵਿੱਚ ਤੁਸੀਂ ਆਪ ਹੀ ਹੋ, ਪਰ ਇਹ ਨਜ਼ਰ ਕਿਸੇ ਕਿਸੇ ਨੂੰ ਆਇਆ ਹੈ। ਸੋ ਬਚਨ ਇੱਥੇ ਆ ਗਿਆ, ਕਹਿਣ ਲੱਗੇ ਨਹੀਂ ਪਹਾੜੀ ਮਹਿ ਕੋ ਦੂਜਾ। ਪਾਤਸ਼ਾਹ ਇਹਨਾਂ ਪਹਾੜੀਆਂ ਦੇ ਵਿੱਚ ਵੀ ਕੋਈ ਦੂਜਾ ਨਹੀਂ, ਉਹਨਾਂ ਦੇ ਵਿੱਚ ਵੀ ਆਪ ਜੀ ਬੈਠੇ ਹੋਏ ਹੋ। ਜਹਾਂ ਕਹਾਂ ਕਰਹਿ ਆਪਕੀ ਪੂਜਾ, ਜਿੱਥੇ ਕਿਥੇ ਮਹਾਰਾਜ ਤੁਹਾਡੀ ਪੂਜਾ ਹੋ ਰਹੀ ਹੈ, ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਨੂੰ ਪੂਜਿਆ ਜਾ ਰਿਹਾ ਹੈ, ਤੁਹਾਡੀ ਪੂਜਾ ਹੋ ਰਹੀ ਹੈ। ਦਸਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਬੜੇ ਸੋਹਣੇ ਬਚਨ ਆਪਣੀ ਗੁਰਬਾਣੀ ਅੰਦਰ ਲਿਖੇ। ਕਹਿਣ ਲੱਗੇ ਹੈ ਪ੍ਰਮਾਤਮਾ ਤੈਨੂੰ ਪੂਜਿਆ ਜਾ ਰਿਹਾ ਹੈ, ਕੋਈ ਤੈਨੂੰ ਮਨਾਉਂਦਾ ਪਿਆ ਹੈ। ਤਿੱਬਤ ਦੇ ਲੋਕ ਤੈਨੂੰ ਧਿਆਉਂਦੇ ਪਏ, ਦਿੱਲੀ ਵਾਲੇ ਤੈਨੂੰ ਧਿਆਉਂਦੇ ਪਏ, ਪੱਛਮ ਵਾਲੇ ਤੈਨੂੰ ਧਿਆਉਂਦੇ ਪਏ, ਪੂਰਬ ਵਾਲੇ ਤੈਨੂੰ ਧਿਆਉਂਦੇ ਪਏ। ਸਾਰੇ ਤੁਹਾਨੂੰ ਧਿਆਉਣ ਵਿੱਚ, ਨਾਮ ਜਪਣ ਵਿੱਚ, ਸਿਮਰਨ ਵਿੱਚ ਲੱਗੇ ਹੋਏ ਹਨ। ਜਲ ਥਲ ਸਕਲ ਗਗਨ ਅਰ ਅਵਨੀ, ਮਹਾਰਾਜ ਜਲਾਂ ਵਿੱਚ, ਥਲਾਂ ਵਿੱਚ, ਜਿੰਨੀ ਧਰਤੀ, ਸਾਰਿਆਂ ਥਾਵਾਂ ਤੇ ਮੈਨੂੰ ਤੁਹਾਡਾ ਰੂਪ ਨਜ਼ਰ ਆਉਂਦਾ ਹੈ। ਖੇਲ ਰਬ ਕੀ ਰਵਨੀ, ਸਤਿਗੁਰੂ ਇਹ ਤੁਹਾਡੀ ਖੇਡ ਹੀ ਰਚਾਈ ਹੋਈ ਹੈ। ਅਸਲ ਵਿੱਚ ਨਾ ਕੋਈ ਦੁਸ਼ਮਣ ਹੈ, ਨਾ ਕੋਈ ਮਿੱਤਰ ਹੈ। ਇਹ ਤੇ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਦੇਖ ਪਖਲਾਈ। ਇਹਦੇ ਬਾਜੀਗਰ ਦੇ ਵਾਂਗ ਇੱਕ ਨਿੱਕੀ ਜੀ ਬਾਜੀ ਪਾ ਕੇ ਸੰਸਾਰ ਦਾ ਤਮਾਸ਼ਾ ਦੇਖਦੇ ਪਏ। ਭਾਈ ਕਨ੍ਹਈਆ ਜੀ ਐਸੇ ਬਚਨ ਕਰਦੇ ਪਏ। ਗੁਰਮੁਖੋ ਚਾਰ ਤਰ੍ਹਾਂ ਦੇ ਵਿਅਕਤੀ ਹੁੰਦੇ ਸੰਸਾਰ ਵਿੱਚ। ਇੱਕ ਵਿਅਕਤੀ ਉਹ ਨੇ ਵਿਸ਼ਾਲ ਹਿਰਦੇ ਵਾਲੇ। ਉਹਨਾਂ ਦੀ ਨਿਸ਼ਾਨੀ ਕੀ ਹੈ ਕਿ ਉਹ ਪੁਰਸ਼ ਆਪ ਨਹੀਂ ਖਾਂਦੇ, ਦੂਜਿਆਂ ਨੂੰ ਖਵਾਉਂਦੇ। ਮੈਂ ਭਾਵੇਂ ਭੁੱਖਾ ਰਵਾਂ ਕੋਈ ਗੱਲ ਨਹੀਂ, ਪਰ ਦੂਜੇ ਦੇ ਮੂੰਹ ਵਿੱਚ ਅੰਨ ਜ਼ਰੂਰ ਪਵੇ, ਦੂਜਾ ਨਾ ਭੁੱਖਾ ਰਵੇ। ਉਹਨਾਂ ਨੂੰ ਵਿਸ਼ਾਲ ਹਿਰਦੇ ਵਾਲੇ ਕਿਹਾ ਜਾਂਦਾ ਹੈ। ਦੂਜੇ ਨੰਬਰ ਦੇ ਵਿਅਕਤੀ ਨੇ ਉਦਾਰ ਹਿਰਦੇ ਵਾਲੇ। ਉਹਨਾਂ ਦਾ ਸੁਭਾਅ ਇਹ ਹੁੰਦਾ ਹੈ ਕਿ ਮੈਂ ਵੀ ਛਕਾਂ, ਜਿਹੜਾ ਮੇਰੇ ਕੋਲ ਆ ਗਿਆ ਇਹ ਵੀ ਛਕੇ, ਮੈਂ ਵੀ ਨਾ ਭੁੱਖਾ ਰਵਾਂ, ਜਿਹੜਾ ਮੇਰੇ ਕੋਲ ਆਇਆ ਇਹ ਵੀ ਨਾ ਰਵੇ। ਉਹਨਾਂ ਨੂੰ ਉਦਾਰ ਹਿਰਦੇ ਵਾਲੇ ਕਿਹਾ ਜਾਂਦਾ। ਅਤੇ ਤੀਜੇ ਨੰਬਰ ਦੇ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਅਨ ਉਦਾਰ ਕਿਹਾ ਜਾਂਦਾ ਹੈ। ਅਨ ਉਦਾਰ ਤੋਂ ਭਾਵ ਹੈ ਕਿ ਮੈਂ ਛਕਾਂ, ਰੱਜ ਲਵਾਂ, ਪਰ ਜਿਹੜਾ ਮੇਰੇ ਕੋਲ ਆਇਆ ਨਾ ਇਹਨੂੰ ਨਹੀਂ ਮੈਂ ਕੱਖ ਵੀ ਦੇਣਾ, ਇਹ ਭੁੱਖਾ ਰਵੇ। ਇਹ ਤੀਜੇ ਨੰਬਰ ਦੇ ਵਿਅਕਤੀ ਨੇ। ਆਪ ਛਕਾਂ ਪਰ ਜਿਹੜਾ ਕੋਲ ਆਇਆ ਉਹ ਨਾ ਛਕੇ। ਅਤੇ ਚੌਥੇ ਨੰਬਰ ਦਾ ਜਿਹੜਾ ਵਿਅਕਤੀ ਹੈ ਨਾ ਉਸ ਨੂੰ ਕਿਹਾ ਜਾਂਦਾ ਕਿਰਪਨ ਹਿਰਦੇ ਵਾਲਾ। ਉਹਦੀ ਨਿਸ਼ਾਨੀ ਕੀ ਹੈ, ਨਾ ਮੈਂ ਤੈਨੂੰ ਛਕਣ ਦੇਣਾ, ਨਾ ਮੈਂ ਆਪ ਛਕਣਾ। ਮੈਨੂੰ ਭੁੱਖਾ ਰਹਿਣਾ ਮਨਜ਼ੂਰ ਹੈ, ਪਰ ਤੇਰੇ ਮੂੰਹ ਵਿੱਚ ਮੈਂ ਦਾਣਾ ਨਹੀਂ ਪੈਣ ਦਿਆਂਗਾ। ਉਹਨਾਂ ਨੂੰ ਕਿਹਾ ਜਾਂਦਾ ਕਿਰਪਨ ਹਿਰਦੇ ਵਾਲੇ। ਵੀ ਕੰਜੂਸ ਨੇ, ਨਾ ਆਪ ਖਾਂਦੇ ਪਏ, ਨਾ ਕਿਸੇ ਦੂਜੇ ਨੂੰ ਖਾਣ ਦੇ ਰਹੇ। ਇਸ ਤਰ੍ਹਾਂ ਚਾਰ ਤਰ੍ਹਾਂ ਦੇ ਵਿਅਕਤੀ ਵਿਦਵਾਨਾਂ ਨੇ ਗ੍ਰੰਥਾਂ ਵਿੱਚ ਲਿਖੇ। ਇੱਕ ਉਹ ਨੇ ਆਪ ਨਹੀਂ ਖਾਂਦੇ, ਦੂਜੇ ਨੂੰ ਖਵਾਉਂਦੇ। ਉਹਨਾਂ ਦਾ ਕਾਰਨ ਹੈ ਮੈਂ ਭਾਵੇਂ ਭੁੱਖਾ ਰਵਾਂ ਪਰ ਗੁਰੂ ਦਾ ਬਚਨ ਮੰਨਣਾ ਹੈ। ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ, ਕਿ ਜਿਹੜਾ ਸ਼ਰਨ ਵਿੱਚ ਆਇਆ ਉਹਨੂੰ ਦੇਣਾ। ਦੂਜੇ ਨੰਬਰ ਦੇ ਉਹ ਨੇ ਵੀ ਚਲੋ ਮੈਂ ਲੰਗਰ ਪ੍ਰਸ਼ਾਦਾ ਬਣਾਇਆ ਮੈਂ ਵੀ ਛਕਾਂ, ਤੁਸੀਂ ਵੀ ਬੈਠੋ, ਆਪਾਂ ਸਾਰੇ ਹੀ ਛਕੀਏ। ਇਹ ਦੂਜੇ ਨੰਬਰ ਦੇ ਵਿਅਕਤੀ। ਤੀਜੇ ਨੰਬਰ ਦਿਆਂ ਦਾ ਵਿਚਾਰ ਇਹ ਹੁੰਦਾ ਵੀ ਮੈਂ ਹੀ ਇਕੱਲਾ ਛਕਾਂ, ਜੇ ਕੋਈ ਦੂਜਾ ਆ ਗਿਆ ਤਾਂ ਉਹਨੂੰ ਮੋੜ ਦੇਣਾ ਵੀ ਨਹੀਂ ਹੁਣ ਲੰਗਰ ਦੀ ਸਮਾਪਤੀ ਹੈ, ਹੁਣ ਇੱਥੋਂ ਕੁਝ ਨਹੀਂ ਮਿਲੇਗਾ, ਮੈਂ ਆਪਣੇ ਵਾਸਤੇ ਜੋੜ ਕੇ ਜਮ੍ਹਾਂ ਕਰਕੇ ਕੱਲ੍ਹ ਵਾਸਤੇ ਵੀ ਰੱਖ ਲਵਾਂ। ਚੌਥੇ ਨੰਬਰ ਵਾਲੇ ਉਹ ਨੇ ਕਹਿੰਦੇ ਵੀ ਮੈਂ ਤਾਂ ਛਕਣਾ ਕੱਖ ਨਹੀਂ, ਪਰ ਜੇ ਮੈਂ ਖਾਧਾ ਤਾਂ ਮੈਨੂੰ ਇਹਨੂੰ ਵੀ ਦੇਣਾ ਪੈਣਾ ਹੈ। ਇਸ ਤੋਂ ਪਹਿਲਾਂ ਕਿ ਇਹਨੂੰ ਵੰਡ ਕੇ ਦੇਣਾ ਪਵੇ, ਮੈਂ ਆਪ ਹੀ ਨਾ ਖਾਵਾਂ। ਆਪ ਭੁੱਖਾ ਰਹਿਣਾ ਮਨਜ਼ੂਰ ਹੈ, ਪਰ ਦੂਜੇ ਨੂੰ ਨਹੀਂ ਦੇਣਾ। ਇਸ ਤਰ੍ਹਾਂ ਦੇ ਵਿਅਕਤੀ ਸੰਸਾਰ ਵਿੱਚ ਚਾਰ ਤਰ੍ਹਾਂ ਦੇ ਮੰਨੇ ਜਾਂਦੇ। ਸੋ ਬਚਨ ਇੱਥੇ ਆ ਗਿਆ, ਕਹਿਣ ਲੱਗਾ ਮਹਾਰਾਜ ਇਹ ਤੁਹਾਡੀ ਸਾਰੀ ਖੇਡ ਹੈ, ਮੈਨੂੰ ਸਾਰਿਆਂ ਵਿੱਚ ਤੁਸੀਂ ਨਜ਼ਰ ਆਉਂਦੇ ਹੋ। ਏਮ ਸੁਨ ਸੰਤ ਕਨ੍ਹਈਏ ਪਾਸ, ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਵਾਨ ਸਜਿਆ। ਜਿਸ ਤਰ੍ਹਾਂ ਆਪਾਂ ਗੁਰਮੁਖੋਂ ਬੈਠੇ ਇਸ ਤਰ੍ਹਾਂ ਸੰਗਤ ਬੈਠੀ ਮਹਾਰਾਜ ਜੀਆਂ ਦੇ ਕੋਲ। ਜਦੋਂ ਇਹ ਬਚਨ ਸੁਣੇ ਨਾ ਸਾਰੀ ਸੰਗਤ ਵਿੱਚ ਮਹਾਰਾਜ ਜੀ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ ਪਰਮ ਹਨ। ਪ੍ਰਸੰਨ ਭਏ ਗੁਣ ਰਸ। ਸਤਿਗੁਰੂ ਗੁਣਾਂ ਦੇ ਘਰ ਬੜੇ ਪ੍ਰਸੰਨ ਹੋਏ, ਐਸੇ ਬਚਨ ਸੁਣ ਕੇ ਬੜੇ ਖੁਸ਼ ਹੋਏ ਹਨ। ਸ੍ਰੀ ਮੁਖ ਤੇ ਮੁਸਕਾਏ ਬਖਾਨਾ। ਮਹਾਰਾਜ ਜੀ ਭਾਈ ਕਨ੍ਹਈਆ ਜੀ ਨੂੰ ਗੁੱਸੇ ਤੇ ਹੋਣਾ ਦੂਰ ਦੀ ਗੱਲ ਹੈ ਕਿ ਮਹਾਰਾਜ ਦੇ ਸਿੱਖਾਂ ਨੇ ਸ਼ਿਕਾਇਤ ਕੀਤੀ ਹੈ ਨਾ ਕਿ ਪਾਤਸ਼ਾਹ ਦੁਸ਼ਮਣ ਨੂੰ ਪਾਣੀ ਪਿਆ ਕੇ ਆਉਂਦਾ, ਉਹਨੂੰ ਡਾਂਟਣਾ ਤੇ ਦੂਰ ਦੀ ਗੱਲ ਹੈ। ਮਹਾਰਾਜ ਉਹਦੇ ਬਚਨ ਸੁਣ ਕੇ ਖੁਸ਼ ਹੋ ਗਏ, ਹੱਸਣ ਲੱਗ ਪਏ, ਬੜੇ ਪ੍ਰਸੰਨਤਾ ਵਿੱਚ ਆਏ ਮਹਾਰਾਜ ਐਸੇ ਬਚਨ ਸੁਣ ਕੇ। ਸੁਨੋ ਖਾਲਸਾ ਮਇਆ ਨਿਧਾਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਖਾਲਸਾ ਜੀ ਆਪ ਜੀ ਮਇਆ ਨਿਧਾਨ ਹੋ, ਭਾਵ ਕਿ ਤੁਸੀਂ ਕਿਰਪਾ ਕਰਨ ਵਾਲੇ ਹੋ। ਖਾਲਸਾ ਜੀ ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਹ ਸੇ ਗਰੀਬ ਕਰੋੜ ਪਰੇ। ਐਸੀ ਵਡਿਆਈ ਮਹਾਰਾਜ ਨੇ ਖਾਲਸੇ ਨੂੰ ਬਖਸ਼ੀ ਹੈ। ਕਹਿਣ ਲੱਗੇ ਇਸ ਖਾਲਸੇ ਦੇ ਸਜਾਏ ਹੋਏ ਅਸੀਂ ਤਖਤ ਤੇ ਬੈਠੇ ਹਾਂ, ਨਹੀਂ ਤੇ ਸਾਡੇ ਵਰਗੇ ਇੱਥੇ ਕਈ ਦੁਨੀਆ ਤੇ ਆ ਕੇ ਚਲੇ ਗਏ। ਐਸੀ ਮਹਾਰਾਜ ਵਡਿਆਈ ਦਿੰਦੇ ਆਪਣੇ ਖਾਲਸੇ ਨੂੰ। ਇੱਥੇ ਬਚਨ ਆ ਗਿਆ, ਸਤਿਗੁਰੂ ਕਹਿਣ ਲੱਗੇ ਖਾਲਸਾ ਜੀ ਆਪ ਜੀ ਬੜੀ ਕਿਰਪਾ ਕਰਨ ਵਾਲੇ ਹੋ, ਇਸ ਕਰਕੇ ਜਿੱਥੇ ਤੁਸੀਂ ਹੋਰ ਇੰਨੀ ਕਿਰਪਾ ਕਰਦੇ, ਬਖਸ਼ਿਸ਼ਾਂ ਕਰਦੇ, ਉੱਥੇ ਇੱਕ ਕਿਰਪਾ ਹੋਰ ਵੀ ਕਰ ਦਿਓ। ਉਹ ਕਿਹੜੀ ਕਿਰਪਾ ਹੈ? ਸਾਧ ਬ੍ਰਿਤੀ ਇਨ ਲਖਿਓ ਚਰਿਤਰ। ਮਹਾਰਾਜ ਕਹਿਣ ਲੱਗੇ ਕਿਰਪਾ ਕਰਨੀ ਹੈ ਤੇ ਭਾਈ ਕਨ੍ਹਈਆ ਜੀ ਤੇ ਕਰੋ, ਕਿਉਂਕਿ ਇਹਨਾਂ ਦੀ ਬਿਰਤੀ ਸਾਧੂਆਂ ਵਾਲੀ ਹੈ। ਤੇ ਸਾਧੂਆਂ ਦੀ ਬਿਰਤੀ ਦੀ ਨਿਸ਼ਾਨੀ ਇਹ ਹੈ, ਇਹਨਾਂ ਨੇ ਸਾਰਾ ਚਰਿੱਤਰ ਕੌਤਕ ਜਾਣ ਲਿਆ ਹੈ, ਇਹਨਾਂ ਨੂੰ ਸਭ ਪਤਾ ਲੱਗਿਆ ਹੈ। ਇਹ ਸਾਰੀ ਜਿਹੜੀ ਅਗੰਮੀ ਖੇਡ ਹੈ ਨਾ, ਉਸ ਖੇਡ ਨੂੰ ਭਾਈ ਕਨ੍ਹਈਆ ਜੀ ਜਾਣ ਗਏ ਹਨ। ਇੱਕ ਬਚਿੱਤਰ ਮੈਂ ਸ਼ਤਰ ਨਾ ਮਿੱਤਰ। ਕਿਉਂਕਿ ਇਹ ਜਿਹੜਾ ਬਚਿੱਤਰ ਨਾਨਾ ਤਰ੍ਹਾਂ ਦਾ ਸੰਸਾਰ ਹੈ ਨਾ ਗੁਰਮੁਖੋ, ਵਾਸਤਵ ਦੇ ਵਿੱਚ ਇਹਦੇ ਵਿੱਚ ਕੋਈ ਮਿੱਤਰ ਨਹੀਂ ਹੈ, ਨਾ ਹੀ ਇਹਦੇ ਵਿੱਚ ਕੋਈ ਦੁਸ਼ਮਣ ਹੈ। ਇਹ ਅਸਲ ਵਿੱਚ ਹੈ ਪਰਮਾਤਮਾ ਦਾ ਸਾਰਾ ਰੂਪ ਹੀ ਹੈ, ਪਰ ਕਿਸੇ ਗੁਰਮੁਖ ਨੂੰ ਐਸੀ ਕਿਰਪਾ ਦੇ ਨਾਲ ਉਹ ਨਜ਼ਰ ਆਇਆ ਹੈ। ਇਸ ਕੋ ਕਿਸ ਬਿਦ ਕਹੋ ਨਾ ਕੋਈ। ਮਹਾਰਾਜ ਕਹਿਣ ਲੱਗੇ ਭਾਈ ਅੱਜ ਤੋਂ ਬਾਅਦ ਭਾਈ ਕਨ੍ਹਈਆ ਜੀ ਕਿਸੇ ਨੂੰ ਪਾਣੀ ਪਿਆਉਣ, ਕਿਸੇ ਦੀ ਦਵਾਈ ਬੂਟੀ ਕਰਨ, ਕਿਸੇ ਦੀ ਮਦਦ ਕਰਨ, ਤੁਸੀਂ ਕਿਸੇ ਨੇ ਵੀ ਇਸ ਨੂੰ ਕੁਝ ਨਹੀਂ ਆਖਣਾ ਹੈ, ਕਿਉਂਕਿ ਇਸ ਨੇ ਸਾਰਿਆਂ ਵਿੱਚ ਪ੍ਰਮਾਤਮਾ ਨੂੰ ਵੇਖ ਲਿਆ ਹੈ। ਰਹਿ ਜਥੋਚਿਤ ਜਿਮ ਉਰ ਹੋਈ। ਤੇ ਪਾਤਸ਼ਾਹ ਕਹਿਣ ਲੱਗੇ ਜਿਵੇਂ ਇਹਨਾਂ ਨੂੰ ਚੰਗਾ ਲੱਗਦਾ ਹੈ ਨਾ ਭਾਈ ਕਨ੍ਹਈਆ ਜੀ ਨੂੰ, ਇਹ ਉਸੇ ਤਰ੍ਹਾਂ ਹੀ ਕਰਨਗੇ, ਮਰਜ਼ੀ ਦੇ ਮਾਲਕ ਹਨ। ਇਸ ਕਰਕੇ ਇਹਨਾਂ ਨੂੰ ਕੋਈ ਵੀ ਕੁਝ ਨਾ ਕਹੇ, ਇਹ ਮਹਾਰਾਜ ਨੇ ਹੁਕਮ ਕੀਤਾ ਹੈ। ਨਹਿ ਬੈਰੀ ਇਸਕੇ ਉਰ ਭਾਸਾ। ਅਸਲ ਵਿੱਚ ਕਾਰਨ ਇਹ ਹੈ ਕਿ ਭਾਈ ਕਨ੍ਹਈਆ ਜੀ ਦੇ ਮਨ ਵਿੱਚ ਵੈਰ ਹੈ ਹੀ ਨਹੀਂ ਹੈ। ਜਿਹਦੇ ਆਪਣੇ ਮਨ ਵਿੱਚ ਵੈਰ ਨਹੀਂ, ਉਹਦਾ ਫਿਰ ਕਿਸੇ ਦੂਜੇ ਦੇ ਨਾਲ ਵੀ ਵੈਰ ਨਹੀਂ ਹੈ। ਜਿਹੜਾ ਆਪਣੇ ਮਨ ਵਿੱਚ ਨਿਰਵੈਰ ਹੈ ਤੇ ਫਿਰ ਦੁਨੀਆ ਵੀ ਉਹਦੇ ਵਾਸਤੇ ਨਿਰਵੈਰ ਹੋ ਜਾਂਦੀ ਹੈ। ਜਿਸ ਤਰ੍ਹਾਂ ਦੇ ਸਾਡੇ ਸੁਭਾਅ ਆਪਣੇ ਬਣ ਜਾਂਦੇ, ਸਾਨੂੰ ਦੁਨੀਆ ਵੀ ਉਸ ਤਰ੍ਹਾਂ ਦੀ ਪ੍ਰਾਪਤ ਹੁੰਦੀ ਹੈ। ਛੋਟਾ ਜਿਹਾ ਬੱਚਾ ਬਾਲਕ ਹੈ ਨਾ, ਬੱਚੇ ਦਾ ਕਿਸੇ ਨਾਲ ਵੈਰ ਨਹੀਂ ਹੁੰਦਾ ਹੈ, ਤੇ ਬੱਚੇ ਨੂੰ ਸਾਰੇ ਹੀ ਚੁੱਕਦੇ ਨੇ, ਸਾਰੇ ਹੀ ਮੋਹ ਕਰਦੇ, ਉਸ ਨੂੰ ਲਾਡ ਕਰਦੇ। ਕਾਰਨ ਇਹ ਹੈ ਵੀ ਉਹ ਬੱਚਾ ਅਜੇ ਛੋਟਾ ਹੈ, ਨਿੱਕਾ ਹੈ, ਕੁਝ ਮਹੀਨਿਆਂ ਦਾ ਹੀ ਹੈ, ਅਜੇ ਉਹਨੂੰ ਪਤਾ ਨਹੀਂ ਹੈ ਵੀ ਵੈਰ ਕੀ ਹੁੰਦਾ ਹੈ। ਇਸ ਕਰਕੇ ਉਹ ਵੈਰ ਤੋਂ ਰਹਿਤ ਹੈ। ਉਸ ਬੱਚੇ ਨੂੰ ਹਰੇਕ ਹੀ ਚੁੱਕ ਲੈਂਦਾ ਹੈ, ਆਂਢੀ ਗੁਆਂਢੀ ਰਿਸ਼ਤੇਦਾਰ ਕਿਤੇ ਵੀ ਜਾਵੇ ਸਾਰੇ ਲਾਡ ਕਰਦੇ। ਪਰ ਜਿਵੇਂ ਜਿਵੇਂ ਉਹ ਬੱਚਾ ਵੱਡਾ ਹੁੰਦਾ, ਉਹਦੀਆਂ ਫਿਰ ਭਾਵਨਾਵਾਂ ਬਦਲਦੀਆਂ, ਉਹਦੇ ਅੰਦਰ ਵਿਕਾਰਾਂ ਦੀ ਪ੍ਰਬਲਤਾ ਹੁੰਦੀ ਹੈ। ਕਦੇ ਕਾਮ ਦੀ ਬਿਰਤੀ, ਕ੍ਰੋਧ ਦੀ ਬਿਰਤੀ, ਲੋਭ ਤੇ ਹੰਕਾਰ ਦੀ ਬਿਰਤੀ ਆ ਜਾਂਦੀ ਹੈ। ਫਿਰ ਉਸ ਤਰ੍ਹਾਂ ਦਾ ਹੀ ਸੰਸਾਰ ਮਿਲਦਾ ਹੈ। ਪਰ ਇੱਕ ਉਮਰ ਐਸੀ ਹੈ ਜਿੱਥੇ ਕੋਈ ਵਿਕਾਰ ਨਹੀਂ ਫੁਰਦਾ, ਕਿਉਂਕਿ ਉੱਥੇ ਸੋਝੀ ਨਹੀਂ ਹੁੰਦੀ ਹੈ। ਗੁਰਮੁਖੋ ਬ੍ਰਹਮਾ ਦੇ 4 ਪੁੱਤਰ ਸਨ। ਇਹਨਾਂ ਨੇ ਬੜਾ ਭਾਰੀ ਤਪ ਕਰਕੇ ਵਰ ਮੰਗਿਆ। ਕਹਿਣ ਲੱਗੇ ਸਾਡੀ ਉਮਰ ਕੇਵਲ 5 ਸਾਲ ਤੱਕ ਹੀ ਰਵੇ। 5 ਸਾਲ ਤੱਕ ਮਤਲਬ ਇਹ ਹੈ, ਇਹਦਾ ਮਤਲਬ ਇਹ ਨਹੀਂ ਵੀ ਉਮਰਾਂ 5 ਸਾਲਾਂ ਬਾਅਦ ਮਰ ਜਾਈਏ। ਭਾਵ ਇਹ ਹੈ ਉਮਰਾਂ ਭਾਵੇਂ ਸਾਡੀ ਕਈ 100 ਸਾਲ ਦੀ ਹੋਵੇ, ਪਰ ਸਾਡੀ ਸੋਚ ਵਿਚਾਰ ਇਹ ਕੇਵਲ 5 ਸਾਲ ਦੇ ਬੱਚੇ ਤੱਕ ਹੀ ਰਵੇ। ਇਹਨਾਂ ਦੇ ਮਨ ਵਿੱਚ ਇਹ ਹੈ ਵੀ 5 ਸਾਲ ਦੇ ਬੱਚੇ ਨੂੰ ਕੋਈ ਵਿਕਾਰ ਨਹੀਂ, ਉਹਨੂੰ ਦੁਨੀਆਦਾਰੀ ਦਾ ਕੋਈ ਪਤਾ ਨਹੀਂ, ਉਹ ਖੇਡਣ ਵਿੱਚ ਹੀ ਲੱਗਾ ਰਹਿੰਦਾ। ਅਸੀਂ ਦੁਨੀਆਦਾਰੀ ਬਾਰੇ ਜਾਣ ਕੇ ਕੀ ਕਰਨਾ ਹੈ। ਇਹਨਾਂ ਨੇ ਵਰ ਮੰਗਿਆ ਸੀ ਕਿ ਸਾਡਾ ਜਿਹੜੀ ਉਮਰਾ ਹੈ ਉਹ 5 ਸਾਲ ਦੇ ਬੱਚੇ ਵਾਲੀ ਮੱਤ ਰਵੇ, ਇਦੋਂ ਮੱਤ ਸਾਡੀ ਵਧੇ ਹੀ ਨਾ, ਨਾ ਸਾਡੇ ਮਨ ਵਿੱਚ ਕੋਈ ਮਾੜਾ ਖਿਆਲ ਆਵੇ, ਨਾ ਸਾਡਾ ਦੁਨੀਆ ਨਾਲ ਕੋਈ ਵੈਰ ਪਵੇ। ਇਸ ਤਰ੍ਹਾਂ ਇਹਨਾਂ ਨੇ ਤਪ ਕਰਕੇ ਇਹ ਵਰ ਮੰਗ ਲਿਆ ਸੀ। ਪਰ ਗੁਰਮੁਖੋ 5 ਸਾਲ ਦੇ ਬੱਚੇ ਦੇ ਵਿੱਚ ਵੀ ਵਿਕਾਰ ਆਉਂਦਾ ਹੈ। ਕਾਹਦਾ ਵਿਕਾਰ ਆਉਂਦਾ? ਗੁੱਸੇ ਦਾ। ਲੜਦਾ ਹੈ ਨਾ ਬੱਚਾ ਛੋਟਾ ਜਿਹਾ ਕਿ ਮੈਨੂੰ ਆਹ ਚੀਜ਼ ਨਹੀਂ ਮਿਲੀ, ਉਹ ਜਿੱਦ ਕਰਦਾ ਹੈ, ਫਿਰ ਉਹ ਝਗੜਾ ਕਰਦਾ, ਫਿਰ ਰੁੱਸ ਕੇ ਬੈਠ ਜਾਂਦਾ, ਉਹ ਗੁੱਸਾ ਵੀ ਕਰਦਾ ਹੈ।
ਪਰ ਇਹ ਵੱਡੇ ਬੱਚੇ ਦੀ ਗੱਲ ਹੈ ਜਿਹੜਾ 4-5 ਸਾਲ ਦਾ ਹੋ ਜਾਂਦਾ ਹੈ। ਪਰ ਜਿਹੜਾ ਅਜੇ ਕੁਝ ਮਹੀਨਿਆਂ ਦਾ ਹੀ ਹੈ ਉਹਨੂੰ ਗੁੱਸੇ ਬਾਰੇ ਵੀ ਨਹੀਂ ਅਜੇ ਪਤਾ ਹੈ, ਇਸ ਕਰਕੇ ਉਹਨੂੰ ਸਾਰੇ ਲਾਡ ਕਰਦੇ। ਬਚਨ ਆ ਗਿਆ ਹੈ ਕਿ ਜਿਸ ਤਰ੍ਹਾਂ ਦੀ ਦ੍ਰਿਸ਼ਟੀ ਹੋਵੇ ਉਸ ਤਰ੍ਹਾਂ ਦੀ ਸ੍ਰਿਸ਼ਟੀ ਬਣ ਜਾਂਦੀ ਹੈ। ਬੱਚੇ ਦੇ ਮਨ ਵਿੱਚ ਕਿਸੇ ਪ੍ਰਤੀ ਵੈਰ ਨਹੀਂ, ਉਹਨੂੰ ਸਾਰੇ ਪਿਆਰ ਕਰਦੇ। ਉਹੀ ਬਿਰਤੀ ਭਾਈ ਕਨ੍ਹੱਈਆ ਜੀ ਦੀ ਹੈ। ਕਹਿਣ ਲੱਗਾ ਮਹਾਰਾਜ ਮੇਰਾ ਨਹੀਂ ਕਿਸੇ ਨਾਲ ਵੈਰ, ਮੈਨੂੰ ਤੇ ਸਾਰੇ ਆਪਣੇ ਹੀ ਲੱਗਦੇ ਹਨ, ਇਸ ਕਰਕੇ ਮਹਾਰਾਜ ਮੈਨੂੰ ਨਾ ਰੋਕਿਆ ਜਾਵੇ। ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣ ਆਈ, ਐਸੀ ਅਵਸਥਾ ਨੂੰ ਪਹੁੰਚੇ ਹਨ। ਪ੍ਰਭ ਇੱਕ ਸਭ ਮੈਂ ਲਖਿਓ ਤਮਾਸ਼ਾ। ਤੇ ਸਤਿਗੁਰੂ ਪਾਤਸ਼ਾਹ ਜੀ ਮੈਂ ਤੇ ਸਾਰਿਆਂ ਦੇ ਵਿੱਚ ਆਪ ਜੀ ਨੂੰ ਜਾਣਿਆ ਹੈ। ਇਸ ਤਰ੍ਹਾਂ ਭਾਈ ਕਨ੍ਹੱਈਆ ਜੀ ਕਹਿੰਦੇ ਮੈਨੂੰ ਤੇ ਇਹ ਇੱਕ ਤਮਾਸ਼ਾ ਤੁਹਾਡਾ ਰੂਪ ਹੀ ਆਇਆ ਹੈ ਨਜ਼ਰ। ਜਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਲਿਖਿਆ ਦੇਖਣ ਆਇਓ ਜਗਤ ਤਮਾਸ਼ਾ, ਉਹੀ ਬਚਨ ਭਾਈ ਕਨ੍ਹੱਈਆ ਜੀ ਕਹਿੰਦੇ ਜਿੰਨਾ ਵੀ ਸ੍ਰਿਸ਼ਟੀ ਦਾ ਤਮਾਸ਼ਾ ਹੈ ਨਾ ਇਹ ਖੇਡ ਮਹਾਰਾਜ ਸਾਰਾ ਤੁਹਾਡਾ ਰੂਪ ਹੈ। ਉੱਚ ਭੂਮਿਕਾ ਮਹਿ ਮਨ ਥਰਿਓ। ਇਸ ਦਾ ਮਨ ਜਿਹੜਾ ਨਾ ਉੱਚੀ ਭੂਮਿਕਾ ਦੇ ਵਿੱਚ ਇਸ ਨੂੰ ਚੌਥੀ ਅਵਸਥਾ ਕਿਹਾ ਹੈ ਗੁਰਮੁਖਾਂ ਨੇ, ਕੇਵਲ ਮੋਕਸ਼ ਵਾਲੀ ਉਹ ਅਵਸਥਾ ਨੂੰ ਪ੍ਰਾਪਤ ਹੋਏ। ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਬਾਬਾ ਫਰੀਦ ਸਾਹਿਬ ਜੀ ਨੇ ਲਿਖਿਆ ਉੱਚੇ ਚੜ੍ਹਨ ਤੋਂ ਭਾਵੇਂ ਨਹੀਂ ਵੀ ਕੋਠੇ ਦੀ ਛੱਤ 'ਤੇ ਚੜ੍ਹ ਗਏ, ਉੱਚੇ ਚੜ੍ਹਨ ਤੋਂ ਭਾਵੇਂ ਅਵਸਥਾ ਇੰਨੀ ਉੱਚੀ ਚਲੇ ਗਈ। ਉਸ ਅਵਸਥਾ ਦੇ ਵਿੱਚ ਜਦੋਂ ਜਾ ਕੇ ਉਡਾਰੀ ਲਾਈ ਨਾ ਉਦੋਂ ਪਤਾ ਲੱਗਿਆ ਵੀ ਹਰੇਕ ਘਰ ਦੇ ਵਿੱਚ ਹਿਰਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਇਹ ਸਾਰਿਆਂ ਵਿੱਚ ਹੀ ਹੈ। ਪਰ ਇਹ ਨਜ਼ਰ ਉਹਨਾਂ ਨੂੰ ਆਈ ਹੈ ਜਿਨ੍ਹਾਂ ਦੀ ਅਵਸਥਾ ਉੱਚੀ ਉੱਠ ਗਈ ਹੈ, ਜਿਹੜੇ ਕੇਵਲ ਮੋਕਸ਼ ਨੂੰ ਪਹੁੰਚ ਗਏ, ਉਹਨਾਂ ਨੇ ਇਸ ਚੀਜ਼ ਨੂੰ ਵੇਖਿਆ ਹੈ। ਨਾਨਾ ਤਿਆਗ ਏਕ ਰਸ ਧਰਿਓ। ਸੋ ਇਸ ਤਰ੍ਹਾਂ ਨਾਨਾ ਤਰ੍ਹਾਂ ਦਾ ਤਿਆਗ ਕੇ ਕੇਵਲ ਇੱਕ ਹੀ ਵੇਖਿਆ ਹੈ। ਸ੍ਰਿਸ਼ਟੀ ਹੈ ਕਈ ਤਰ੍ਹਾਂ ਦੀ ਹੈ ਪਰ ਉਹਨਾਂ ਸਾਰਿਆਂ ਦੇ ਵਿੱਚ ਬੈਠਾ ਇੱਕ ਹੀ ਹੋਇਆ ਹੈ। ਜਾਚਕ ਅਨੇਕ ਸੋ ਏਕ ਦਵਈਆ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਹੁਣ ਹੈ ਜੀਵ ਤੇ ਬੜੇ ਤਰ੍ਹਾਂ ਦੇ ਪਰ ਉਹਨਾਂ ਬੜੇ ਤਰਿਆਂ ਦੇ ਵਿੱਚ ਬੈਠਾ ਇੱਕ ਹੀ ਹੈ ਜਿਹੜਾ ਸਾਰਿਆਂ ਨੂੰ ਦਿੰਦਾ ਹੈ। ਤਨ ਜਨਮ ਆਪਣੋ ਇਨ ਕੀਨਾ। ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਭਾਈ ਕਨ੍ਹੱਈਆ ਜੀ ਨੇ ਆਪਣਾ ਜਨਮ ਭਾਈ ਧਨ ਕਰ ਲਿਆ, ਸਫਲਾ ਕਰ ਲਿਆ। ਗੁਰਮੁਖ ਜਿਹੜੇ ਸਫਲੇ ਹੋਏ ਐਸੀ ਅਵਸਥਾ ਨੂੰ ਪ੍ਰਾਪਤ ਹੋਏ ਹਨ। ਜਿਸ ਕੋ ਬਖਸ਼ੇ ਹੋਏ ਦੁੱਖ ਹੀ ਨਾ। ਤੇ ਮਹਾਰਾਜ ਕਹਿੰਦੇ ਜਿਹਨੂੰ ਇਹ ਬਖਸ਼ਿਸ਼ ਕਰਨਗੇ ਨਾ ਉਪਦੇਸ਼ ਦੇਣਗੇ ਉਹ ਫਿਰ ਗੁਰਮੁਖ ਆਪ ਦੁੱਖਾਂ ਤੋਂ ਰਹਿਤ ਹੋ ਜਾਏਗਾ। ਇਤਿਹਾਸ ਵਿੱਚ ਬਚਨ ਆਉਂਦਾ ਹੈ ਭਾਈ ਕਨ੍ਹੱਈਆ ਜੀ ਦੇ ਪਿਤਾ ਦਾ ਨਾਮ ਭਾਈ ਨੱਥੂ ਰਾਮ ਜੀ ਹੈ, ਮਾਤਾ ਜੀ ਦਾ ਨਾਮ ਸਾਹਿਬ ਕੌਰ ਹੈ। ਉਹਨਾਂ ਦੇ ਗ੍ਰਹਿ ਵਿਖੇ ਸੋਧਰੇ ਨਾਮ ਦਾ ਨਗਰ ਹੈ। ਗੁਰਮੁਖੋ ਲਾਹੌਰ ਤੋਂ ਕੋਈ 70 ਕੁ ਮੀਲ ਦੀ ਦੂਰੀ 'ਤੇ ਇੱਕ ਵਜ਼ੀਰਾਬਾਦ ਨਾਮ ਦਾ ਸ਼ਹਿਰ ਆਉਂਦਾ ਹੈ। ਇਹਦੇ ਤੋਂ ਕੋਈ 20 ਕੁ ਮੀਲ ਅੱਗੇ ਹੋਰ ਚਲੇ ਜਾਈਏ ਤੇ ਸੋਧਰਾ ਨਾਮ ਦਾ ਇੱਕ ਨਗਰ ਹੈ। ਇਸ ਨਾਮ ਦਾ ਨਗਰ ਜਾਂ ਇਹ ਨਗਰ ਦਾ ਨਾਮ ਤਾਂ ਪਿਆ ਹੈ, ਇਹ ਨਗਰ ਇੰਨਾ ਵੱਡਾ ਸੀ ਵੀ ਇਹਦੇ 100 ਦਰਵਾਜ਼ੇ ਸਨ। 100 ਦਰਵਾਜ਼ੇ ਹੋਣ ਕਰਕੇ ਇਸ ਦਾ ਨਾਮ ਜਾਣਿਆ ਗਿਆ 100 ਦਰਾ, ਵੀ 100 ਦਰਵਾਜ਼ਿਆਂ ਵਾਲਾ। ਤੇ 100 ਦਰੇ ਤੋਂ ਹੌਲੀ ਹੌਲੀ ਉਹ ਬਚਨ ਬਦਲਦਾ ਗਿਆ ਤੇ 100 ਦਰੇ ਤੋਂ ਫਿਰ ਸੋਧਰਾ ਬਣ ਗਿਆ। ਐਸੇ ਨਗਰ ਦੇ ਵਿੱਚ ਭਾਈ ਕਨ੍ਹੱਈਆ ਜੀ ਦਾ ਜਨਮ ਹੋਇਆ। ਤੇ ਭਾਈ ਕਨ੍ਹੱਈਆ ਜੀ ਛੋਟੀ ਉਮਰ ਤੋਂ ਹੀ ਜਿਹੜੇ ਸਨ ਬੜੇ ਦਾਨੀ ਸੁਭਾਅ ਦੇ ਮਾਲਕ ਸਨ। ਆਪਣੇ ਜੇਬ ਦੇ ਵਿੱਚ ਕੌਡੀਆਂ ਕੁਝ ਪੈਸੇ ਭਰ ਕੇ ਜੇਬਾਂ ਭਰ ਕੇ ਬਾਹਰ ਨਿਕਲ ਜਾਣਾ। ਜਦੋਂ ਕੋਈ ਵੇਖਣਾ ਨਾ ਕੋਈ ਗਰੀਬ ਆ ਗਿਆ ਵੀ ਇਹਨੂੰ ਰੋਟੀ ਪ੍ਰਸ਼ਾਦਾ ਨਹੀਂ ਮਿਲਿਆ, ਆਪਣੀ ਜੇਬ ਦੇ ਵਿੱਚੋਂ ਕੱਢਨੇ ਪੈਸੇ ਤੇ ਥਾਨ ਕਰਦੇ ਨੇ ਵੀ ਜਾ ਕੇ ਪ੍ਰਸ਼ਾਦਾ ਛਕ ਲੈ। ਜਾਂ ਉਹਨਾਂ ਸਮਿਆਂ ਵਿੱਚ ਜਿਹੜੇ ਰਾਜੇ ਰਜਵਾੜੇ ਸਨ ਉਹ ਲੋਕਾਂ ਨੂੰ ਆਪਣੇ ਗੁਲਾਮ ਬਣਾ ਕੇ ਤੇ ਉਹਨਾਂ ਕੋਲੋਂ ਕੰਮ ਕਰਵਾਇਆ ਕਰਦੇ ਪਰ ਰੋਟੀ ਪ੍ਰਸ਼ਾਦਾ ਨਾ ਦਿਆ ਕਰਦੇ। ਜੇ ਕੋਈ ਮੰਗ ਲੈਂਦਾ ਤੇ ਸਗੋਂ ਉਹਨਾਂ ਨੂੰ ਕੁੱਟਿਆ ਜਾਂਦਾ। ਭਾਈ ਕਨ੍ਹੱਈਆ ਜੀ ਦੇ ਮਨ ਵਿੱਚ ਦਇਆ ਆ ਜਾਣੀ ਵੇਖ ਕੇ, ਨਾਲੇ ਤੇ ਉਹਨਾਂ ਬਗਾਰੀਆਂ ਦੇ ਨਾਲ ਮਜ਼ਦੂਰਾਂ ਦੇ ਨਾਲ ਉਹਨਾਂ ਦਾ ਕੰਮ ਕਰਵਾ ਕੇ ਉਹਨਾਂ ਦੀ ਮਦਦ ਕਰਨੀ ਤੇ ਨਾਲੇ ਆਪਣੀ ਜੇਬ ਵਿੱਚੋਂ ਪੈਸੇ ਕੱਢ ਕੇ ਦੇ ਦੇਣੇ ਵੀ ਜਾ ਭਾਈ ਤੂੰ ਪ੍ਰਸ਼ਾਦਾ ਪਾਣੀ ਛਕਿਆ, ਮੈਂ ਤੇਰੀ ਥਾਂ 'ਤੇ ਮਜ਼ਦੂਰੀ ਕਰਦਾ। ਜਦੋਂ ਇਸ ਤਰ੍ਹਾਂ ਦੇ ਕੌਤਕ ਕੀਤੇ ਲੋਕੀ ਆਖਣ ਲੱਗ ਪਏ ਇਹ ਤੇ ਸਿਧਰਾ ਹੈ, ਵੀ ਕਮਲਾ ਹੈ। ਦੁਨੀਆ ਕਮਲਾ ਹੀ ਸਮਝਦੀ ਹੈ ਨਾ ਜਿਹੜਾ ਦੂਜੇ ਦੀ ਮਦਦ ਕਰੇ। ਦੁਨੀਆ ਨੇ ਕਹਿਣਾ ਸ਼ੁਰੂ ਕਰ ਦਿੱਤਾ ਇਹ ਤੇ ਕਮਲਾ ਹੈ, ਐਵੇਂ ਜੇਬ ਦੇ ਵਿੱਚੋਂ ਪੈਸੇ ਦੇਈ ਜਾਂਦਾ ਹੈ। ਇੱਕ ਦਿਨ ਕਿਸੇ ਨੇ ਆ ਕੇ ਨਾ ਭਾਈ ਕਨ੍ਹੱਈਆ ਜੀ ਨੂੰ, ਮਾਤਾ ਜੀ ਨੂੰ ਇਹ ਕਹਿ ਦਿੱਤਾ ਤੁਹਾਡਾ ਪੁੱਤਰ ਤੇ ਕਮਲਾ ਹੈ। ਤੇ ਮਾਤਾ ਜੀ ਨੇ ਭਾਈ ਕਨ੍ਹੱਈਆ ਜੀ ਨੂੰ ਕੋਲ ਬੁਲਾ ਕੇ ਆਖਿਆ, ਕਹਿਣ ਲੱਗੇ ਪੁੱਤਰ ਤੂੰ ਲੋਕਾਂ ਦੀ ਮਦਦ ਕਰਦਾ,
ਲੋਕ ਤੈਨੂੰ ਕਮਲਾ ਕਹਿੰਦੇ ਨੇ, ਤੂੰ ਇਹ ਕੰਮ ਨਾ ਕਰਿਆ ਕਰ। ਉਸ ਵੇਲੇ ਭਾਈ ਕਨ੍ਹੱਈਆ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ ਮਾਤਾ ਜੀ, ਕਈਆਂ ਦੇ ਘਰਾਂ ਵਿੱਚ ਹੁੰਦੇ ਨੇ ਸਿਆਣੇ ਪੁੱਤਰ ਪੈਦਾ, ਕਈਆਂ ਦੇ ਘਰ ਵਿੱਚ ਹੁੰਦੇ ਕਮਲੇ ਪੁੱਤਰ ਪੈਦਾ, ਤੂੰ ਮੈਨੂੰ ਆਪਣਾ ਕਮਲਾ ਪੁੱਤਰ ਹੀ ਸਮਝ ਲਾ। ਦੁਨੀਆ ਕਮਲਾ ਕਹਿੰਦੀ ਹੈ, ਕਹੀ ਜਾਵੇ, ਤੂੰ ਵੀ ਕਮਲਾ ਹੀ ਮੈਨੂੰ ਸਮਝ ਛੱਡ, ਪਰ ਮੈਨੂੰ ਇਹ ਸੇਵਾ ਤੋਂ ਨਾ ਰੋਕ। ਐਸੀ ਬਿਰਤੀ ਭਾਈ ਕਨ੍ਹੱਈਆ ਜੀ ਦੀ ਬਚਪਨ ਦੇ ਵਿੱਚ ਹੈ, ਕਿਉਂਕਿ ਪਿਤਾ ਜੀ ਸੁਦਾਗਰ ਨੇ। ਕੁਝ ਸਮਾਂ ਬਤੀਤ ਹੋ ਗਿਆ, ਪਿਤਾ ਜੀ ਸਰੀਰ ਛੱਡ ਗਏ, ਸਾਰੀ ਜ਼ਿੰਮੇਵਾਰੀ ਭਾਈ ਕਨ੍ਹੱਈਆ ਜੀ ਦੇ ਉੱਪਰ ਆ ਗਈ, ਘਰ ਦੀ, ਪਰਿਵਾਰ ਦੀ ਔਰ ਕਾਰੋਬਾਰ ਦੀ। ਕੁਝ ਸਮਾਂ ਗੁਰਮੁਖੋ ਕਾਰੋਬਾਰ ਕਰਦੇ ਰਹੇ। ਫਿਰ ਚਲਦਿਆਂ ਚਲਦਿਆਂ ਲਾਹੌਰ ਦੇ ਵਿੱਚ ਇੱਕ ਗਦਾ ਨਰਾਇਣੀ ਨਾਮ ਦਾ ਸਾਧੂ ਹੋਇਆ। ਉਹਨਾਂ ਦੀ ਸੰਗਤ ਵਿੱਚ ਗਏ, ਸੰਗਤ ਵਿੱਚ ਰਹਿ ਕੇ ਸਿਮਰਨ ਅਭਿਆਸ ਕੀਤਾ, ਕਿਉਂਕਿ ਉਹ ਮੁਸਲਮਾਨ ਸਨ ਜਨਮ ਦੇ। ਉਹਨਾਂ ਦੇ ਕੋਲ ਰਹਿ ਕੇ ਇਹਨਾਂ ਨੂੰ ਤਾਰਿਆ, ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਖਿਆ ਸੀ, ਭਾਈ ਕਨ੍ਹੱਈਆ ਜੀ ਇਹ ਸਾਡਾ ਪਿਆਰਾ ਸੇਵਕ ਹੈ ਗਦਾ ਨਰਾਇਣੀ, ਉਹਦੇ ਕੋਲ ਜਾਓ, ਉਹ ਤੁਹਾਡੇ 'ਤੇ ਕਿਰਪਾ ਕਰੇਗਾ। ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਿੱਖ ਜਾਣ ਕੇ ਗਦਾ ਨਰਾਇਣੀ ਜੀ ਨੇ ਬੜੀਆਂ ਸਿਮਰਨ ਅਭਿਆਸ ਦੀਆਂ ਜੁਗਤੀਆਂ ਤਰੀਕੇ ਭਾਈ ਕਨ੍ਹੱਈਆ ਜੀ ਨੂੰ ਦੱਸੇ। ਉਹਨਾਂ ਦੀ ਸੰਗਤ ਤੋਂ ਬਾਅਦ ਵਿੱਚ ਫਿਰ ਕਹਿਣ ਲੱਗੇ ਵੀ ਭਾਈ ਕਨ੍ਹੱਈਆ ਜੀ ਜਿਹੜੇ ਹਨ ਉਹ ਕੁਝ ਸਮਾਂ ਪਾ ਕੇ ਭਾਈ ਨਨੂਆ ਜੀ ਦੀ ਸ਼ਰਨ ਵਿੱਚ ਆਏ, ਕੁਝ ਸਮਾਂ ਉਹਨਾਂ ਦੇ ਕੋਲ ਰਹਿ, ਉਹਨਾਂ ਦੀ ਸੰਗਤ ਵਿੱਚੋਂ ਬੜੀਆਂ ਬਰਕਤਾਂ ਲਈਆਂ, ਬਖਸ਼ਿਸ਼ਾਂ ਲਈਆਂ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਡਰੌਲੀ ਨਗਰ ਜਿਹੜਾ ਨਾ ਗੁਰਮੁਖੋ ਮੋਗੇ ਦੇ ਨੇੜੇ ਇੱਕ ਨਗਰ ਹੈ ਡਰੌਲੀ, ਇਸ ਨਗਰ ਵਿੱਚ ਮਹਾਰਾਜ ਟਿਕੇ ਹੋਏ। ਉੱਥੇ ਫਿਰ ਆ ਕੇ ਭਾਈ ਕਨ੍ਹੱਈਆ ਜੀ ਮਹਾਰਾਜ ਸਾਹਿਬ ਜੀਆਂ ਨੂੰ ਦਰਸ਼ਨ ਕਰਕੇ ਸੇਵਾ ਵਿੱਚ ਲੱਗ ਗਏ। ਗੁਰੂ ਤੇਗ ਬਹਾਦਰ ਮਹਾਰਾਜ ਦੀ ਸੇਵਾ ਕਰਕੇ ਵੱਡਾ ਵਰ ਪ੍ਰਾਪਤ ਕੀਤਾ। ਆਪਾਂ ਪਿੱਛੇ ਸਾਖੀ ਸਰਵਣ ਕੀਤੀ ਹੈ ਕਿ ਪਾਣੀ ਦਾ ਘੜਾ ਮਹਾਰਾਜ ਨੇ ਕਹਿਣਾ ਵੀ ਜਾਓ ਭਾਈ ਕਨ੍ਹੱਈਆ ਜੀ ਪਾਣੀ ਦਾ ਘੜਾ ਲੈ ਕੇ ਆਉਣਾ। ਸਤਿਗੁਰਾਂ ਨੇ ਹੱਥ ਧੋਣੇ, ਬਾਕੀ ਪਾਣੀ ਡੋਲ ਦੇਣਾ। ਇੱਕ ਘੜਾ ਹੋਰ ਲੈ ਕੇ ਆਓ, ਮੁੜ ਕੇ ਆਪਣੇ ਚਰਨ ਧੋਣੇ, ਪਾਣੀ ਫਿਰ ਡੋਲ ਦੇਣਾ। ਇੱਕ ਦਿਨ ਨਹੀਂ, 2 ਦਿਨ ਨਹੀਂ, 3 ਮਹੀਨੇ ਮਹਾਰਾਜ ਇਸ ਤਰ੍ਹਾਂ ਪਾਣੀ ਮੰਗਾ ਕੇ ਡੋਲ ਦਿਆ ਕਰਨ। ਪਰ ਭਾਈ ਕਨ੍ਹੱਈਆ ਜੀ ਨੇ ਇੱਕ ਵਾਰੀ ਨਹੀਂ ਆਖਿਆ ਵੀ ਮਹਾਰਾਜ ਰੋਜ਼ ਮੈਂ ਐਡੀ ਦੂਰੋਂ ਪਾਣੀ ਲਿਆਵਾਂ, ਤੁਸੀਂ ਪੀਂਦੇ ਤੇ ਹੈ ਨਹੀਂ, ਡੋਲ ਦਿੰਦੇ ਹੋ, ਮੈਂ ਕਿਉਂ ਐਸੇ ਵਕਤ ਨੂੰ ਫੜਿਆ ਹੋਇਆ। ਨਹੀਂ, ਲੱਗੇ ਰਹਿ ਸੇਵਾ ਵਿੱਚ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਸੇਵਾ ਵੇਖ ਕੇ ਵਰ ਦਿੱਤਾ, ਕਹਿਣ ਲੱਗੇ ਭਾਈ ਕਨ੍ਹੱਈਆ ਜੀ ਤੁਹਾਡੀ ਸੇਵਾ ਪ੍ਰਵਾਨ ਹੋਈ ਹੈ, ਤੁਹਾਡੇ ਕੋਲੋਂ ਕੋਈ ਪਿਆਸਾ ਨਹੀਂ ਜਾਏਗਾ, ਤੁਸੀਂ ਇਸ ਤਰ੍ਹਾਂ ਜਲਦੀ ਸੇਵਾ ਕੀਤੀ ਹੈ। ਇਸ ਤਰ੍ਹਾਂ ਫਿਰ ਸੇਵਾ ਕਰਦਿਆਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਕੋਲ ਰਹਿ। 10ਵੇਂ ਪਾਤਸ਼ਾਹ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ। ਸਮਾਂ ਪਾ ਕੇ ਮਹਾਰਾਜ ਨੇ ਆਖਿਆ, ਮੇਰਾ ਖਾਲਸਾ, ਮੇਰੇ ਸਿੰਘ ਸ਼ਸਤਰ ਸਜਾ ਲਵੋ। ਸਾਰਿਆਂ ਨੇ ਕਿਰਪਾਨਾਂ ਪਾ ਲਈਆਂ, ਭਾਈ ਕਨ੍ਹੱਈਆ ਜੀ ਨੇ ਵੀ ਕਿਰਪਾਨ ਪਾ ਲਈ। ਵੇਖ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਕਰਨ ਆਏ। ਮਹਾਰਾਜ ਇਸ ਦੇ ਗਲ ਵਿੱਚ ਪਾਈ ਹੋਈ ਕਿਰਪਾਨ ਵੇਖ ਕੇ ਹੱਸ ਕੇ ਕਹਿਣ ਲੱਗੇ, ਭਾਈ ਕਨ੍ਹੱਈਆ ਜੀ ਇਹ ਕਿਰਪਾਨ ਜਿਹੜੀ ਹੈ ਸਾਨੂੰ ਦੇ ਦਿਓ, ਤੁਸੀਂ ਲੰਗਰਾਂ ਦੀ ਸੇਵਾ ਕਰੋ, ਕਿਰਪਾਨ ਨਹੀਂ ਤੁਹਾਨੂੰ ਇਹ ਚਾਹੀਦੀ ਹੈ, ਤੁਸੀਂ ਸਾਧੂ ਹੋ, ਸਾਧੂ ਦਾ ਕੰਮ ਹੈ ਸੇਵਾ ਕਰਨੀ, ਤੁਸੀਂ ਸੇਵਾ ਕਰੋ ਸੰਗਤਾਂ ਦੀ, ਇਹ ਕਿਰਪਾਨ ਸਾਡੀ ਸਾਨੂੰ ਦੇ ਦਿਓ। ਇਸ ਤਰ੍ਹਾਂ ਬਚਨ ਕਰਕੇ ਮਹਾਰਾਜ ਬੜੇ ਖੁਸ਼ ਹੋਏ ਭਾਈ ਕਨ੍ਹੱਈਆ ਜੀ ਦੇ ਉੱਪਰ। ਇਸ ਤਰ੍ਹਾਂ ਭਾਈ ਕਨ੍ਹੱਈਆ ਜੀ ਨੇ ਗੁਰਮੁਖੋ 70 ਸਾਲ ਦੀ ਆਪਣੀ ਜ਼ਿੰਦਗੀ ਜਿਹੜੀ ਹੈ ਨਾ ਉਹ ਮਾਣੀ ਹੈ। 70 ਸਾਲ ਦੀ ਉਮਰਾਂ ਦੇ ਮਾਲਕ ਬਣੇ। ਆਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਭਾਈ ਕਨ੍ਹੱਈਆ ਜੀ ਨੂੰ ਮਹਾਰਾਜ ਨੇ ਕਹਿ ਦਿੱਤਾ ਵੀ ਤੁਸੀਂ ਹੁਣ ਆਨੰਦਪੁਰ ਸਾਹਿਬ ਤੋਂ ਚਲੇ ਜਾਓ। ਆਪਣੇ ਨਗਰ ਸੋਧਰੇ ਵਿੱਚ ਆ ਕੇ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਕਈਆਂ ਨੂੰ ਗੁਰੂ ਦੇ ਲੜ ਲਾ ਕੇ ਪਰਉਪਕਾਰੀ ਜਿਹੜਾ ਹੈ ਉਹ ਸੁਭਾਅ ਰੱਖਿਆ। ਭਾਈ ਸੇਵਾਦਾਸ ਜੀ ਗੁਰਮੁਖ ਹੋਏ, ਜਿਹੜੇ ਇਹਨਾਂ ਦੇ ਕੋਲੋਂ ਅੱਗੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਇਹਨਾਂ ਤੋਂ ਅੱਗੇ ਫਿਰ ਸੇਵਾ ਪੰਥੀ ਸੰਪਰਦਾ ਚੱਲੀ ਹੈ। ਭਾਈ ਕਨ੍ਹੱਈਆ ਜੀ ਦੀ ਇੱਕ ਸੰਪਰਦਾ ਚੱਲਦੀ ਹੈ ਨਾ, ਉਹਨਾਂ ਨੂੰ ਸੇਵਾ ਪੰਥੀ ਕਿਹਾ ਜਾਂਦਾ ਹੈ। ਉਹ ਸੇਵਾ ਪੰਥੀ ਸੰਪਰਦਾ ਜਿਹੜੀ ਹੈ ਸੰਪਰਦਾ ਭਾਈ ਕਨ੍ਹੱਈਆ ਜੀ ਦੇ ਜਿਹੜੇ ਸੇਵਕ ਸਨ ਭਾਈ ਸੇਵਾਦਾਸ, ਇਹ ਉਹਨਾਂ ਦੇ ਕੋਲੋਂ ਸੰਪਰਦਾ ਫਿਰ ਅੱਗੇ ਚੱਲੀ ਹੈ। ਅਤੇ ਫਿਰ ਕਹਿਣ ਲੱਗੇ ਵੀ ਇਹਨਾਂ ਤੋਂ ਅੱਗੇ ਹੋਰ ਵੀ ਜਿਹੜੇ ਗੁਰਮੁਖ ਨੇ, ਭਾਈ ਅੱਡਣ ਜੀ ਵਰਗੇ ਗੁਰਮੁਖ ਇਹਨਾਂ ਦੇ ਅੱਗੇ ਗੱਦੀ ਦੇ ਵਿੱਚ ਹੋਏ। ਇਸ ਤਰ੍ਹਾਂ ਦੇ ਸਨ ਭਾਈ ਕਨ੍ਹੱਈਆ ਜੀ, ਜਿਨ੍ਹਾਂ ਨੇ ਸਾਰੀ ਉਮਰ ਸੇਵਾ ਕਰਦਿਆਂ ਬਤੀਤ ਕੀਤੀ ਹੈ। ਜਦੋਂ ਸਰੀਰ ਛੱਡ ਕੇ ਜਾਣ ਦਾ ਸਮਾਂ ਹੋਇਆ, ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਸੁਣਦੇ ਪਏ ਚੌਂਕੜਾ ਲਾ ਕੇ। ਕੀਰਤਨ ਦੀ ਸਮਾਪਤੀ ਹੋਈ ਹੈ, ਸੰਗਤ ਨੇ ਨਮਸਕਾਰ ਕੀਤੀ, ਭਾਈ ਕਨ੍ਹੱਈਆ ਜੀ ਉਸੇ ਤਰ੍ਹਾਂ ਅਡੋਲ ਚੌਂਕੜੇ ਵਿੱਚ ਬੈਠੇ ਹੋਏ। ਜਦੋਂ ਸੰਗਤ ਨੇ ਕੋਲ ਜਾ ਕੇ ਵੇਖਿਆ
ਤੇ ਫਿਰ ਪਤਾ ਲੱਗਾ ਵੀ ਭਾਈ ਕਨ੍ਹੱਈਆ ਜੀ ਕੀਰਤਨ ਸੁਣਦਿਆਂ ਹੀ ਆਪਣਾ ਇਹ ਸਰੀਰ ਤਿਆਗ ਕੇ ਸੱਚਖੰਡ ਦੀ ਪ੍ਰਾਪਤੀ ਨੂੰ ਹੋ ਚੁੱਕੇ ਨੇ। ਐਸੀ ਅਵਸਥਾ ਦੇ ਮਾਲਕ ਨੇ। ਉਹਨਾਂ ਦਾ ਇਤਿਹਾਸ ਆਪਾਂ ਜਿਹੜਾ ਹੈ ਇਸ ਕਥਾ ਦੇ ਵਿੱਚ ਸਰਵਣ ਕਰ ਰਹੇ ਹਾਂ। ਇਹ ਵੀ ਆਪਣੋ ਪੰਥ ਪ੍ਰਕਾਸ਼ਾ। ਮਹਾਰਾਜ ਕਹਿਣ ਲੱਗੇ ਭਾਈ ਕਨ੍ਹੱਈਆ ਜੀ ਦਾ ਵੀ ਪੰਥ ਚੱਲੇਗਾ, ਜਿਨ੍ਹਾਂ ਨੂੰ ਸੇਵਾ ਪੰਥੀ ਕਿਹਾ ਜਾਂਦਾ ਹੈ ਨਾ, ਇੱਕ ਸੰਪਰਦਾ ਚੱਲਦੀ ਹੈ। ਉਹ ਵਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤਾ। ਕਹਿਣ ਲੱਗੇ ਭਾਈ ਇਹ ਵੀ ਆਪਣਾ ਪੰਥ ਜਿਹੜਾ ਹੈ ਉਹ ਅੱਗੇ ਬਖਸ਼ਿਸ਼ ਕਰਨਗੇ। ਕਈਆਂ ਇਤਿਹਾਸਕਾਰਾਂ ਨੇ ਬਚਨ ਲਿਖਿਆ ਵੀ ਮਹਾਰਾਜ ਦੀ ਸੇਵਾ ਤੋਂ ਖੁਸ਼ ਹੋ ਕੇ ਕਹਿਣ ਲੱਗੇ ਲੈ ਸਾਡੇ ਕੋਲੋਂ ਮਲਮ ਤੇ ਪੱਟੀ ਵੀ ਲੈ ਲਾ, ਜੇ ਤੈਨੂੰ ਸਾਰਿਆਂ ਵਿੱਚ ਵਾਕਿਆ ਹੀ ਅਸੀਂ ਦਿਸਦੇ ਹਾਂ ਫਿਰ ਕੱਲਾ ਪਾਣੀ ਨਾ ਪਿਲਾਇਆ ਕਰ, ਮਲਮ ਪੱਟੀ ਵੀ ਕਰਿਆ ਕਰ। ਇਹ ਵੀ ਸੇਵਾ ਹੈ, ਮਨੁੱਖਤਾ ਦੀ ਸੇਵਾ ਇਹ ਮਹਾਰਾਜ ਨੇ ਬਖਸ਼ੀ ਹੈ। ਬਹੁ ਲੋਕਨ ਕੀ ਕੁਮਤ ਵਿਨਾਸ਼ਾ। ਸਤਿਗੁਰੂ ਕਹਿਣ ਲੱਗੇ ਬੜੇ ਲੋਕ ਇਹਨਾਂ ਦੀ ਸ਼ਰਨ ਵਿੱਚ ਆ ਕੇ ਉਪਦੇਸ਼ ਲੈ ਕੇ ਆਪਣੀ ਖੋਟੀ ਮਤ ਨੂੰ ਨਾਸ ਕਰਕੇ ਉਹਨਾਂ ਨੇ ਸਫਲੇ ਹੋਣਾ ਹੈ। ਸੁਨ ਪ੍ਰਭ ਤੇ ਸਭ ਸਿੰਘ ਮਹਾਰਾਜ ਜੀਆਂ ਦੇ ਕੋਲੋਂ ਬਚਨ ਸੁਣ ਕੇ ਭਾਈ ਕਨ੍ਹੱਈਆ ਜੀ ਦੀ ਵਡਿਆਈ ਸੁਣ ਕੇ ਸਾਰੇ ਸਿੱਖ ਬੜੇ ਆਨੰਦਿਤ ਹੋਏ, ਬੜੇ ਖੁਸ਼ ਹੋਏ ਹਨ। ਦ્વੈਤ ਹਤੀ ਲਹਿ ਬ੍ਰਹਮ ਆਨੰਦ। ਸਾਰਿਆਂ ਨੇ ਜਾਣ ਲਿਆ ਵੀ ਭਾਈ ਕਨ੍ਹੱਈਆ ਜੀ ਦੇ ਮਨ ਵਿੱਚੋਂ ਦ્વੈਤ ਖਤਮ ਹੋ ਗਈ ਹੈ, ਈਰਖਾ ਖਤਮ ਹੋ ਗਈ ਹੈ। ਗੁਰਮੁਖੋ ਈਰਖਾ ਜਿਹੜੀ ਹੈ ਨਾ ਉਹ ਜੰਮਣ ਮਰਨ ਦਾ ਮੁੱਢ ਹੈ। ਸਾਡੇ ਮਨ ਵਿੱਚ ਈਰਖਾ ਜੇ ਕਿਤੇ ਪੈਦਾ ਹੋ ਜਾਵੇ ਨਾ ਤੇ ਉਹ ਜੰਮਣ ਮਰਨ ਦਾ ਕਾਰਨ ਬਣਦੀ, ਜਨਮਾਂ ਵਿੱਚ ਪਾ ਦਿੰਦੀ ਹੈ। ਈਰਖਾ ਵੀ ਜਨਮਾਂ ਵਿੱਚ ਪਾਉਂਦੀ ਹੈ ਤੇ ਮੋਹ ਵੀ ਜਨਮਾਂ ਵਿੱਚ ਪਾਉਂਦਾ ਹੈ। ਸੋ ਇਸ ਤਰ੍ਹਾਂ ਇਹ ਭਾਈ ਕਨ੍ਹੱਈਆ ਜੀ ਨੇ ਈਰਖਾ ਤੇ ਮੋਹ ਦੋਨੇ ਖਤਮ ਕੀਤੇ ਤੇ ਮੁਕਤ ਹੋਏ ਹਨ। ਇਸ ਦਿਨ ਤੇ ਨਹਿ ਕਿਸ ਕੁਛ ਕਹਿਓ। ਤੇ ਜਦੋਂ ਮਹਾਰਾਜ ਨੇ ਆਖਿਆ ਨਾ ਵੀ ਭਾਈ ਕਨ੍ਹੱਈਆ ਜੀ ਜਿੱਥੇ ਤੁਰੇ ਜਾਣ ਦਿਓ, ਜਿਹਨੂੰ ਪਾਣੀ ਪਿਆਉਂਦੇ ਪਿਆ ਲੈਣ ਦਿਓ, ਰੁਕਣਾ ਨਹੀਂ ਹੈ ਕਿਸੇ ਨੇ। ਉਸ ਦਿਨ ਤੋਂ ਬਾਅਦ ਵਿੱਚ ਭਾਈ ਕਨ੍ਹੱਈਆ ਜੀ ਭਾਵੇਂ ਦੁਸ਼ਮਣ ਨੂੰ ਪਾਣੀ ਪਿਆਉਣ, ਮੁਗਲਾਂ ਨੂੰ, ਭਾਵੇਂ ਪਹਾੜੀ ਰਾਜਿਆਂ ਨੂੰ ਤੇ ਭਾਵੇਂ ਮਹਾਰਾਜ ਦੇ ਸਿੰਘਾਂ ਨੂੰ, ਭਾਈ ਕਨ੍ਹੱਈਆ ਜੀ ਨੂੰ ਹੁਣ ਕੋਈ ਰੋਕਦਾ ਨਹੀਂ ਹੈ। ਤਿਵ ਹੀ ਜਲ ਕੋ ਪਿਆਵਤ ਰਹਿਓ। ਇਸ ਤਰੀਕੇ ਨਾਲ ਸਾਰਿਆਂ ਨੂੰ ਭਾਈ ਕਨ੍ਹੱਈਆ ਜੀ ਪਾਣੀ ਦੀ ਮਸ਼ਕ ਭਰ ਕੇ ਤੇ ਜਲ ਛਕਾਉਂਦੇ ਹਨ। ਸਰਬ ਮੋਰਚੇ ਮੈਂ ਫਿਰ ਕਰਕੇ। ਤੇ ਸਾਰੇ ਮੋਰਚਿਆਂ ਵਿੱਚ ਭਾਈ ਕਨ੍ਹੱਈਆ ਜੀ ਵਾਸਤੇ ਹੁਣ ਪਾਬੰਦੀ ਕੋਈ ਨਹੀਂ ਹੈ। ਜਿਹੜੇ ਪਾਸੇ ਮਹਾਰਾਜ ਦੇ ਸਿੱਖ ਲੜਦੇ ਉਹਨਾਂ ਮੋਰਚਿਆਂ ਵਿੱਚ ਵੀ ਜਾਂਦੇ, ਜਿਹੜੇ ਪਾਸੇ ਪਹਾੜੀਏ ਲੜਦੇ ਪਏ ਸਿੱਖਾਂ ਦੇ ਨਾਲ ਉਹਨਾਂ ਦੇ ਕੋਲ ਵੀ ਜਾਂਦੇ, ਜਿਹੜੇ ਪਾਸੇ ਮੁਗਲ ਬੈਠੇ ਹੋਏ ਵਜ਼ੀਰ ਖਾਨ ਦੇ ਸਿਪਾਹੀ ਉਹਨਾਂ ਦੇ ਕੋਲ ਵੀ ਜਾ ਕੇ ਪਾਣੀ ਪਿਆਉਂਦੇ ਹਨ। ਜਲ ਕੋ ਦੇਤ ਮਸ਼ਕ ਨਿਤ ਭਰ ਮਸ਼ਕਾਂ ਭਰ ਕੇ ਪਾਣੀ ਦੀਆਂ ਤੇ ਨਿਤਾ ਪ੍ਰਤੀ ਰੋਜ਼ ਜਲ ਦੀ ਸੇਵਾ ਕਰਦੇ ਹਨ। ਇਸ ਕੋ ਨਹਿ ਮਾਰਤ ਕੋ ਗੋ। ਭਾਈ ਕਨ੍ਹੱਈਆ ਜੀ ਹੱਥ ਵਿੱਚ ਚਿੱਟਾ ਝੰਡਾ ਫੜਿਆ ਹੁੰਦਾ ਕਿ ਉਹ ਝੰਡਾ ਵੇਖ ਕੇ ਭਾਈ ਕਨ੍ਹੱਈਆ ਜੀ ਨੂੰ ਕੋਈ ਵੀ ਗੋਲੀ ਨਹੀਂ ਮਾਰਦਾ। ਮਹਾਰਾਜ ਦੇ ਸਿੱਖਾਂ ਨੇ ਤੇ ਚਲੋ ਕੀ ਮਾਰਨੀ ਹੈ, ਦੁਸ਼ਮਣ ਵੀ ਗੋਲੀ ਨਹੀਂ ਮਾਰਦਾ ਹੈ। ਦੁਸ਼ਮਣ ਵੀ ਇਹ ਗੱਲ ਜਾਣਦਾ ਵੀ ਇਹਨਾਂ ਦੇ ਮਨ ਵਿੱਚ ਕੋਈ ਵੈਰ ਨਹੀਂ, ਇਹ ਸਾਰਿਆਂ ਨੂੰ ਬਰਾਬਰ ਪਾਣੀ ਦੀ ਸੇਵਾ ਕਰਦੇ, ਇਸ ਕਰਕੇ ਕੋਈ ਵੀ ਉਹਨਾਂ ਦੇ ਉੱਪਰ ਗੋਲੀ ਨਹੀਂ ਚਲਾਉਂਦਾ ਹੈ। ਮਿੱਤਰ ਹੈ ਲੜਤੇ ਜੁਗ ਔਰੀ। ਤੇ ਦੋਨਾਂ ਪਾਸਿਆਂ ਦੇ ਸੂਰਮੇ ਲੜਦੇ ਪਏ। ਭਾਈ ਕਨ੍ਹੱਈਆ ਜੀ ਬਿਨਾਂ ਖੌਫ ਤੋਂ, ਬਿਨਾਂ ਡਰ ਤੋਂ ਸਾਰਿਆਂ ਦੇ ਵਿੱਚ ਪਾਣੀ ਦੀ ਮਸ਼ਕ ਚੱਕ ਕੇ ਸਾਰਿਆਂ ਨੂੰ ਪਾਣੀ ਪਿਆਉਂਦੇ ਹਨ। ਸਾਧ ਜਾਣ ਕਰ ਬੰਧਨ ਕਰ। ਮਾਰਨਾ ਤੇ ਦੂਰ ਦੀ ਗੱਲ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਪਾਣੀ ਪਿਆਉਂਦੇ ਜਦੋਂ ਭਾਈ ਕਨ੍ਹੱਈਆ ਜੀ ਕੋਲ ਜਾਂਦੇ ਨਾ, ਇਹਨਾਂ ਨੂੰ ਸਾਧੂ ਜਾਣ ਕੇ ਲੋਕ ਸਗੋਂ ਮੱਥਾ ਟੇਕਦੇ। ਸੂਰਮੇ ਜਿਹੜੇ ਨਮਸਕਾਰਾਂ ਕਰਦੇ ਵੀ ਧੰਨ ਭਾਗ ਤੁਹਾਡੇ ਵਰਗੇ ਮਹਾਤਮਾ ਗੁਰਮੁਖਾਂ ਦੇ ਦਰਸ਼ਨ ਹੋਏ ਜਿਨ੍ਹਾਂ ਨੂੰ ਸਾਰਿਆਂ ਵਿੱਚ ਰੱਬ ਦਿਸਿਆ ਹੈ। ਸਾਰੇ ਨਮਸਕਾਰਾਂ ਕਰਦੇ ਹਨ। ਜਲ ਕੋ ਲੇਤ ਤ੍ਰਿਖਾ ਕੋ ਹਰੈ। ਤੇ ਭਾਈ ਕਨ੍ਹੱਈਆ ਦੇ ਕੋਲੋਂ ਜਲ ਲੈ ਕੇ ਆਪਣੀ ਤ੍ਰਿਖਾ ਕਹੀਏ ਪਿਆਸ, ਇਹ ਸਾਰੇ ਦੂਰ ਕਰਦੇ ਹਨ। ਇਮ ਘੇਰਾ ਕਰ ਅਨ ਹਟਾਇਓ। ਇਸ ਤਰ੍ਹਾਂ ਗੁਰਮੁਖੋ ਭਾਈ ਕਨ੍ਹੱਈਆ ਜੀ ਸੇਵਾ ਕਰਦੇ। ਪਰ ਇੱਧਰ ਮੁਗਲ ਫੌਜ ਨੇ ਵੱਡਾ ਘੇਰਾ ਪਾ ਕੇ ਨਾ ਅਨੰਦਪੁਰ ਸਾਹਿਬ ਦੇ ਅੰਦਰ ਕੋਈ ਬਾਹਰੋਂ ਹੁਣ ਚੀਜ਼ ਨਹੀਂ ਆ ਸਕਦੀ, ਨਾ ਅੰਨ ਆ ਸਕਦਾ, ਨਾ ਕੋਈ ਰਸਤਾ ਆ ਸਕਦੀ ਹੈ, ਨਾ ਕੋਈ ਪੈਸਾ ਤੇ ਲਾ ਸਕਦਾ ਹੈ। ਬੜਾ ਸਖਤ ਪਹਿਰਾ ਲਾ ਕੇ ਸਭ ਕੁਝ ਅਨੰਦਪੁਰ ਸਾਹਿਬ ਆਉਣ ਤੋਂ ਬੰਦ ਕੀਤਾ ਹੈ। ਕੇਤਕ ਦਿਨ ਲਗੇ ਅੰਤਰ ਖਾਇਓ। ਤੇ ਗੁਰਮੁਖੋ ਜਿਹੜਾ ਅੰਦਰ ਜੁੜਿਆ ਸੀ ਨਾ ਰਾਸ਼ਨ, ਉਹ ਖਾਂਦਿਆਂ ਤੇ ਉਹ ਖਾਧਾ ਹੀ ਜਾਣਾ। ਰੋਜ਼ ਪ੍ਰਸ਼ਾਦਾ ਬਣਦਾ ਗਿਆ, ਸਿੰਘ ਛਕਦੇ ਗਏ। ਇੱਕ ਦਿਨ ਸਮਾਂ ਆ ਗਿਆ ਵੀ ਅੰਦਰੋਂ ਹੁਣ ਜਿਹੜੇ ਭੰਡਾਰੇ ਨੇ ਉਹ ਖਾਲੀ ਹੋਣੇ ਸ਼ੁਰੂ ਹੋ ਗਏ। ਅੰਦਰਲਾ ਅੰਨ ਜਿਹੜਾ ਜਮ੍ਹਾਂ ਕੀਤਾ ਉਹ ਮੁੱਕਣਾ ਸ਼ੁਰੂ ਹੋ ਗਿਆ ਹੈ। ਲੱਗਿਓ ਨਿਖੂਟਨ ਅੰਨ ਮਹਾਨੇ। ਤੇ ਗੁਰਮੁਖੋ ਭਾਵੇਂ ਕਿੰਨਾ ਵੀ ਅੰਨ ਜੋੜਿਆ, ਪਰ ਜਿਹੜੀ ਰੋਜ਼ ਖਾਣ ਵਾਲੀ ਚੀਜ਼ ਹੈ ਉਹ ਮੁੱਕੀ ਜਾਂਦੀ ਹੈ ਨਾ। ਸੋ ਰੋਜ਼ ਖਾਣ ਕਰਕੇ ਬਹੁਤਾ ਜੋੜਿਆ ਹੋਇਆ ਅੰਨ ਜਿਹੜਾ ਅੰਦਰ ਕਿਲਿਆਂ ਦੇ ਵਿੱਚ ਛਕਣ ਛਕਾਉਣ ਦੇ ਨਾਲ ਹੁਣ ਮੁੱਕਣਾ ਸ਼ੁਰੂ ਹੋ ਗਿਆ। ਮੁਗਲ ਫੌਜ ਵੀ ਇਹੋ ਹੀ ਉਡੀਕਦੀ ਪਈ ਆ ਵੀ ਅੰਨ ਖਤਮ ਹੋਵੇ ਤੇ ਬਾਹਰ ਨਿਕਲਣ ਤੇ ਫਿਰ ਅਸੀਂ ਲੜਾਂਗੇ।
ਹੁਣ ਮੁਗਲ ਫੌਜ ਤੇ ਬੈਠੀ ਹੈ, ਪਰ ਖਾਲਸੇ ਵਾਸਤੇ ਹੁਣ ਚਿੰਤਾ ਪੈਦਾ ਹੋ ਗਈ ਹੈ। ਇਹ ਦੁੱਖ ਦੀ ਘੜੀ ਆਣ ਬਣੀ ਹੈ। ਅੰਦਰਲਾ ਰਾਸ਼ਨ ਜਿਹੜਾ ਹੈ ਉਹ ਮੁੱਕਣਾ ਸ਼ੁਰੂ ਹੋਇਆ ਹੈ। ਜੇ ਅਵਸ ਚਹੀਤ ਨਿਤ ਖਾਨੇ। ਗੁਰਮੁਖੋ, ਬਾਕੀ ਭਾਵੇਂ ਕੁਝ ਮਿਲੇ ਤੇ ਭਾਵੇਂ ਨਾ ਮਿਲੇ, ਪਰ ਅੰਨ ਤੋਂ ਬਿਨਾ ਨਹੀਂ ਰਿਹਾ ਜਾਂਦਾ ਹੈ। ਪਾਣੀ ਜ਼ਰੂਰ ਬਰ ਜ਼ਰੂਰ ਪੀਣਾ ਪੈਂਦਾ, ਪ੍ਰਸ਼ਾਦਾ ਜ਼ਰੂਰ ਬਰ ਜ਼ਰੂਰ ਛਕਣਾ ਪੈਂਦਾ। ਸਾਡੇ ਸਰੀਰ ਵਿੱਚੋਂ ਪਾਣੀ 1% ਵੀ ਘਟ ਜਾਵੇ ਨਾ ਤੇ ਪਿਆਸ ਲੱਗਦੀ ਹੈ, ਸਾਡਾ ਮੂੰਹ ਸੁੱਕਦਾ। ਤੇ ਵਿਦਵਾਨ ਕਹਿੰਦੇ ਨੇ ਵੀ 10% ਜੇ ਪਾਣੀ ਖਤਮ ਹੋ ਜਾਵੇ ਤੇ ਮੌਤ ਹੋ ਜਾਂਦੀ ਹੈ। ਇੰਨਾ ਭਾਰੀ ਹੈ ਪਾਣੀ ਬਿਨਾ ਰਹਿਣਾ, ਇੰਨਾ ਵੱਡਾ ਦੁੱਖਦਾਈ ਹੈ। 1% ਘਟਿਆ ਤੇ ਪਿਆਸ ਲੱਗ ਗਈ ਹੈ, 10% ਘਟੇਗਾ 100 ਦੇ ਵਿੱਚੋਂ, ਮੌਤ ਹੋ ਜਾਂਦੀ ਹੈ। ਪਾਣੀ ਬਿਨਾ ਨਹੀਂ ਰਿਹਾ ਜਾਂਦਾ ਤੇ ਅੰਨ ਤੋਂ ਬਿਨਾ ਵੀ ਨਹੀਂ ਰਿਹਾ ਜਾਂਦਾ। ਅੰਨ ਬਿਨਾ ਵੀ ਮੌਤ ਹੁੰਦੀ ਹੈ, ਕਿਉਂਕਿ ਅੰਨ ਖਾਣਾ ਇਸ ਦੇਹੀ ਦਾ ਧਰਮ ਹੈ। 3.5 ਮਣ ਦਿਉਰੀ ਚੱਲੈ ਪਾਣੀ ਅੰਨ। ਇਹ ਪਾਣੀ ਅੰਨ ਦੇ ਆਸਰੇ ਸਰੀਰ ਚੱਲਦਾ ਹੈ, ਪਰ ਹੁਣ ਅੰਨ ਮੁੱਕ ਚੱਲਿਆ ਹੈ। ਹੁਣ ਗੁਰੂ ਦਾ ਖਾਲਸਾ ਕੀ ਕਰੇਗਾ, ਉਹ ਇਤਿਹਾਸ ਆਪਾਂ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਲੇਖਾ ਕਤਹਿ ਨ ਛੁਟੀਐ, ਬਖਸ਼ਨ ਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੇਨਤੀ ਹੈ ਕਿ ਜਿਸ ਤਰ੍ਹਾਂ ਆਪ ਸਾਰੀਆਂ ਸੰਗਤਾਂ ਜਾਣਦੇ ਹੋ ਕਿ ਸਤਿਕਾਰਯੋਗ ਮਾਤਾ ਜੀ, ਮਾਤਾ ਮਨਜੀਤ ਕੌਰ ਜੀ, ਜੋ ਆਪਣੇ ਗੁਰੂ ਘਰ ਵਿਖੇ ਰਹਿ ਕੇ ਸੇਵਾ ਕਰਦੇ ਸਨ ਅਤੇ ਡਿੱਗਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਸੀ। ਉਹਨਾਂ ਦੇ